ਢੀਂਡਸਾ ਜੀ ਬ੍ਰਹਮਪੁਰਾ ਦੋਨਾਂ ਅਕਾਲੀ ਆਗੂਆਂ ਦੇ ਇੱਕ ਪਲੇਟਫਾਰਮ ਤੇ ਇੱਕ ਪਾਰਟੀ ਚ ਆਉਣ ਦੇ ਨਾਲ ਕੀ ਪੰਥਕ ਰਾਜਨੀਤੀ 'ਚ ਕੋਈ ਅਸਰ ਪਏਗਾ? ਜੇ ਮੈਂ ਸਿੱਧੇ ਤੌਰ ਤੇ ਸਵਾਲ ਲਵਾਂ ਕਿ ਅਕਾਲੀ ਦਲ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ 'ਚ ਇਹਦੇ ਨਾਲ ਹੋਰ ਵਧਣਗੀਆਂ? ਇਹਨਾਂ ਨੇ ਢੀਂਡਸਾ ਸਾਹਿਬ ਨੇ ਵੀ ਪਾਰਟੀ ਛੱਡੀ, ਉਦੋਂ ਵੀ ਬਹੁਤ ਸਾਰੀਆਂ ਕੈਸਰਾਈਆਂ ਲਾਈਆਂ ਗਈਆਂ। ਬ੍ਰਹਮਪੁਰਾ ਸਾਹਿਬ ਨੇ ਵੀ ਛੱਡੀ, ਉਦੋਂ ਵੀ ਬਹੁਤ ਸਾਰੀਆਂ ਕੈਸਰਾਈਆਂ ਲਾਈਆਂ। ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਨਹੀਂ ਵੱਧ ਸਕਦੀਆਂ। ਐਡਵੋਕੇਟ ਧਾਰਨੀ ਸਾਹਿਬ ਦੀ ਮਜਬੂਰੀ ਹੈ, ਉਹ ਆਪਣੀ ਪਾਰਟੀ ਵੱਲੋਂ ਬੁਲਾ ਰਹੇ ਨੇ ਤੇ ਉਹ ਆਪਣਾ ਪੱਖ ਹੀ ਮਜ਼ਬੂਤੀ ਨਾਲ ਉਹਨਾਂ ਨੇ ਰੱਖਣਾ ਹੀ ਹੈ, ਚਾਹੇ ਗਲਤ ਹੋਵੇ ਚਾਹੇ ਸਹੀ ਹੋਵੇ। ਇਹ ਅਗਰ ਗੁਰਬਾਣੀ ਤੁਹਾਡਾ ਆਧਾਰ, ਅਗਰ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਆਪਣਾ ਮੋਹਰੀ ਮੰਨਦੇ ਹੋ, ਉਸ ਨੂੰ ਮੰਨਦੇ ਹੋ, ਉਹਨਾਂ ਦੇ ਊਚ ਨੀਚ ਜਾਤ ਪਾਤ ਦਾ ਕੋਈ ਜ਼ਿਕਰ ਹੀ ਨਹੀਂ। ਢੀਂਡਸਾ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਅੱਗੇ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਚਾਰਾਜੋਈ ਕੀਤੀ ਕਿ ਉਹਨਾਂ ਨੂੰ ਜਿਹੜਾ ਹੈਗਾ ਉਸ ਦਾ ਇੱਕ ਪਾਰਟ ਬਣਾ ਲਿਆ ਜਾਵੇ, ਪਰ ਉਹਨਾਂ ਵੱਲੋਂ ਕਿਸ ਹਿਸਾਬ ਦੇ ਨਾਲ ਉਹਨਾਂ ਨਾਲ ਗੱਲ ਕੀਤੀ ਗਈ ਕਿ ਜੇ ਸਾਡੀ ਪਾਰਟੀ ਦੇ ਵਿੱਚ ਰਲਣਾ ਤਾਂ ਰਲ ਜਾਓ, ਅਦਰਵਾਈਜ਼ ਅਸੀਂ ਕਿਸੇ ਦੇ ਨਾਲ ਕੋਈ ਗੱਠਜੋੜ ਨਹੀਂ ਕਰਦੇ ਹੈਗੇ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਢੀਂਡਸਾ ਸਾਹਿਬ ਵੀ ਸੀ, ਬ੍ਰਹਮਪੁਰਾ ਸਾਹਿਬ ਵੀ ਸੀ, ਸੇਖਵਾਂ ਸਾਹਿਬ ਵੀ ਸੀ ਤੇ ਹੋਰ ਬਹੁਤ ਸਾਰੇ ਸਾਹਿਬ ਉਹਦੇ ਵਿੱਚ ਸੀ, ਲੇਕਿਨ ਉਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੂੰ 15 ਸੀਟਾਂ ਆਈਆਂ। ਫੰਡਾਮੈਂਟਲੀ ਇਸ ਸਿਸਟਮ ਨੂੰ ਗਲਤ ਕਰਾਰ ਦਿੰਦੀਆਂ ਨੇ ਕਿ ਅਸੀਂ ਫਲਾਣੀ ਜਾਤ ਤੋਂ ਲਵਾਂਗੇ, ਕਦੇ ਗੁਰਦੁਆਰੇ ਰਾਮਗੜੀਆਂ ਦੇ ਬਣਾਵਾਂਗੇ, ਕਦੇ ਆ ਧਰਮੀਆਂ ਦੇ ਬਣਾਵਾਂਗੇ, ਕਦੇ ਜੱਟਾਂ ਦੇ ਬਣਾਵਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜਿਹੜੇ ਟਕਸਾਲੀ ਅਕਾਲੀ ਉਹ ਬਾਹਰ ਜਾ ਰਹੇ ਨੇ ਤੇ ਕਾਂਗਰਸੀ ਜਿਹੜੇ ਆ ਉਹ ਹਰ ਦਿਨ ਉਹਨਾਂ ਨੂੰ ਜੁਆਇਨ ਕਰਵਾ ਰਹੇ ਨੇ। ਉਹ ਹੈਗੀਆਂ ਵੱਡੀਆਂ ਪਾਰਟੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਜਿਹੜੀ ਬੀਜੇਪੀ ਹੈਗੀ ਆ, ਚਾਹੇ ਪੰਜਾਬ ਦੇ ਵਿੱਚ ਬੀਐਸਪੀ ਹੈਗੀ ਆ, ਇਹ ਇੱਕ ਬਰਾਬਰ ਦੇ ਧੜੇ ਹੈਗੇ ਆ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਨੂੰ ਮਾਤ ਦੇਣ ਵਾਸਤੇ ਇਹ ਪਾਰਟੀਆਂ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ ਆਪਣਾ ਹਮੇਸ਼ਾ ਹੀ ਇਕੱਠੀਆਂ ਹੁੰਦੀਆਂ ਆਈਆਂ। ਕਾਰਪੋਰੇਟ ਘਰਾਣਿਆਂ ਦੇ ਢੰਗ ਤਰੀਕੇ ਜੋ ਹੁੰਦੇ ਨੇ ਕਿ ਕਿਹੜਾ ਬੰਦਾ ਕਿੱਥੇ ਉਹਨਾਂ ਨੂੰ ਫਿੱਟੇ, ਇਹ ਸਿਰਫ ਉਸ ਗੱਲ ਨੂੰ ਵੇਖ ਕੇ ਇਹ ਬੰਦੇ ਨੂੰ ਸ਼ਾਮਲ ਕਰ ਰਹੇ ਨੇ ਤੇ ਬੰਦੇ ਨੂੰ ਉਹਦੇ ਵਿੱਚੋਂ ਬਾਹਰ ਕੱਢ ਰਹੇ ਨੇ। ਨਜ਼ਰੀਆ ਦੀ ਟੀਵੀ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਟਕਸਾਲੀ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੋਹਾਂ ਅਕਾਲੀ ਆਗੂਆਂ ਦੇ ਅਕਾਲੀ ਧੜਿਆਂ ਦੇ ਰਲੇਵੇਂ ਦੇ ਨਾਲ ਪੰਥਕ ਰਾਜਨੀਤੀ 'ਚ ਇੱਕ ਵਾਰ ਮੁੜ ਹਲਚਲ ਹੋਈ ਹੈ। ਦੋਵੇਂ ਆਗੂਆਂ ਨੇ ਇੱਕ ਪਲੇਟਫਾਰਮ ਤੇ ਆਉਣ ਦਾ ਫੈਸਲਾ ਲਿਆ। ਇਹ ਦੋਨੇ ਨੇਤਾ ਉਹ ਨੇ ਜਿਹੜੇ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਸੀਨੀਅਰ ਨੇਤਾ ਸਨ। ਕਿਉਂ ਅਲੱਗ ਹੋਏ? ਪੰਥਕ ਧਿਰਾਂ 'ਚ ਜਿਹੜੇ ਮੁੱਦਿਆਂ ਨੂੰ ਲੈ ਕੇ ਦੋਨੇ ਨੇਤਾ ਅਲੱਗ ਹੋਏ ਸਨ, ਉਹ ਮੁੱਦੇ ਅੱਜ ਵੀ ਪੂਰੀ ਤਰ੍ਹਾਂ ਕਾਇਮ ਨੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜਿਹੜਾ ਹੈਗਾ ਢੀਂਡਸਾ ਸਾਹਿਬ ਤੇ ਬ੍ਰਹਮਪੁਰਾ ਇੱਕ ਪਲੇਟਫਾਰਮ ਤੇ ਆਉਣ ਦੇ ਨਾਲ ਅਕਾਲੀ ਰਾਜਨੀਤੀ ਜਿਹੜੀ ਪੰਥਕ ਰਾਜਨੀਤੀ ਹੈ ਉਹ ਹੋਏਗੀ ਪ੍ਰਭਾਵਿਤ? ਆਉਣ ਵਾਲੇ ਦਿਨਾਂ 'ਚ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਆਉਣੀਆਂ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਆਉਣੀਆਂ, ਇਹਨਾਂ ਮੁੱਦਿਆਂ ਤੇ ਕਿਹੋ ਜਿਹਾ ਪ੍ਰਭਾਵ ਪਏਗਾ? ਇਹ ਸਾਰੇ ਮਾਮਲੇ ਆਪਾਂ ਆਪਣੇ ਜਿਹੜੇ ਇਸ ਪੈਨਲ ਤੇ ਸਾਡੇ ਨਾਲ ਸੀਨੀਅਰ ਜਿਹੜੇ ਕਦਾਵਾਰ ਮਹਿਮਾਨ ਜੁੜੇ ਹੈ ਉਹਨਾਂ ਨਾਲ ਕਰਾਂਗੇ ਚਰਚਾ, ਜਿਨ੍ਹਾਂ 'ਚ ਸ਼ਾਮਲ ਨੇ ਅਮਰਦੀਪ ਸਿੰਘ ਧਾਰਨੀ ਜੀ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ, ਇਸੇ ਤਰੀਕੇ ਨਾਲ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਢੀਂਡਸਾ ਦੇ ਬ੍ਰਹਮਪੁਰਾ ਦੇ ਅਕਾਲੀ ਧੜਿਆਂ ਦੇ ਬੁਲਾਰੇ ਨੇ, ਇੱਦਾਂ ਹੀ ਡਾਕਟਰ ਅਮਰਜੀਤ ਕੌਰ ਸਹੋਤਾ ਪੰਥਕ ਮਾਮਲਿਆਂ ਤੇ ਆਪਣੀ ਮੁਹਾਰਤ ਰੱਖਦੇ ਆ, ਸਿੱਖ ਵਿਦਵਾਨ ਹੈ। ਤਿੰਨੇ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਧਾਰਨੀ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਸ਼ੁਰੂ 'ਚ ਕਮੈਂਟ ਕੀਤੇ ਹੈ, ਢੀਂਡਸਾ ਜੀ ਬ੍ਰਹਮਪੁਰਾ ਦੋਨਾਂ ਅਕਾਲੀ ਆਗੂਆਂ ਦੇ ਇੱਕ ਪਲੇਟਫਾਰਮ ਤੇ ਇੱਕ ਪਾਰਟੀ 'ਚ ਆਉਣ ਦੇ ਨਾਲ ਕੀ ਪੰਥਕ ਰਾਜਨੀਤੀ 'ਚ ਕੋਈ ਅਸਰ ਪਏਗਾ? ਜੇ ਮੈਂ ਸਿੱਧੇ ਤੌਰ ਤੇ ਸਵਾਲ ਲਵਾਂ ਕਿ ਅਕਾਲੀ ਦਲ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ 'ਚ ਇਹਦੇ ਨਾਲ ਹੋਰ ਵਧਣਗੀਆਂ? ਧਾਰਨੀ ਜੀ। ਸਿੱਧੂ ਸਾਹਿਬ, ਦੇਖੋ ਗੱਲ ਇਹ ਹੈਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਨਹੀਂ ਵੱਧ ਸਕਦੀਆਂ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਇਹਨਾਂ ਨੇ ਢੀਂਡਸਾ ਸਾਹਿਬ ਨੇ ਵੀ ਪਾਰਟੀ ਛੱਡੀ, ਉਦੋਂ ਵੀ ਬਹੁਤ ਸਾਰੀਆਂ ਕੈਸਰਾਈਆਂ ਲਾਈਆਂ ਗਈਆਂ। ਬ੍ਰਹਮਪੁਰਾ ਸਾਹਿਬ ਨੇ ਵੀ ਛੱਡੀ, ਉਦੋਂ ਵੀ ਬਹੁਤ ਸਾਰੀਆਂ ਕੈਸਰਾਈਆਂ ਲਾਈਆਂ ਤੇ ਬਾਅਦ ਦੇ ਵਿੱਚ ਪਹਿਲਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ।
ਔਰ ਮੈਨੂੰ ਇਹ ਲੱਗਦਾ ਕਿ ਦੋਵੇਂ ਧਿਰਾਂ ਜਿਹੜੀਆਂ ਹੈਗੀਆਂ ਆਪਣੀ ਆਪਣੇ ਅਹਿਮ ਦੀ ਲੜਾਈ ਲੜ ਰਹੀਆਂ, ਕਿਉਂਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਪੋਲੀਟੀਕਲ ਐਨਾਲਿਸਿਸ ਕਰਕੇ ਦੇਖੋ ਕਿ ਢੀਂਡਸਾ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਅੱਗੇ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਚਾਰਾਜੋਈ ਕੀਤੀ ਕਿ ਉਹਨਾਂ ਨੂੰ ਜਿਹੜਾ ਹੈਗਾ ਉਸ ਦਾ ਇੱਕ ਪਾਰਟ ਬਣਾ ਲਿਆ ਜਾਵੇ, ਪਰ ਉਹਨਾਂ ਵੱਲੋਂ ਕਿਸ ਹਿਸਾਬ ਦੇ ਨਾਲ ਉਹਨਾਂ ਨਾਲ ਗੱਲ ਕੀਤੀ ਗਈ ਕਿ ਜੇ ਸਾਡੀ ਪਾਰਟੀ ਦੇ ਵਿੱਚ ਰਲਣਾ ਤਾਂ ਰਲ ਜਾਓ, ਅਦਰਵਾਈਜ਼ ਅਸੀਂ ਕਿਸੇ ਦੇ ਨਾਲ ਕੋਈ ਗੱਠਜੋੜ ਨਹੀਂ ਕਰਦੇ ਹੈਗੇ। ਸੋ ਜੀ ਕਦੋਂ ਲੋੜ ਪੈਂਦੀ ਹੈ ਇਹਨਾਂ ਚੀਜ਼ਾਂ ਦੀ, ਉਦੋਂ ਲੋੜ ਪੈਂਦੀ ਹੈਗੀ ਆ ਜਦੋਂ ਧੜਿਆਂ ਨੂੰ ਇਹ ਲੱਗਦਾ ਹੋਵੇ ਕਿ ਉਹ ਇਕੱਲੇ ਕੁਝ ਨਹੀਂ ਕਰ ਸਕਦੇ, ਕਮਜ਼ੋਰ ਹੈਗੇ ਆ, ਔਰ ਉਹ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਫਿਰ ਇਸ ਤਰ੍ਹਾਂ ਦੀਆਂ ਚਾਰਾਜੋਈਆਂ ਕਰਦੇ ਆ ਕਿ ਉਹ 2 ਉਹਦੇ ਫੜ ਲਿਓ, 4 ਉਹਦੇ ਫੜ ਲਿਓ, 1 ਉਹਦਾ ਫੜ ਲਿਓ। ਸੋ ਦੇਖੋ ਅਕਾਲੀ ਲੀਡਰ ਹੈਗੇ ਆ, ਕਦਾਵਾਰ ਲੀਡਰ ਹੈਗੇ ਆ, ਇਹਨਾਂ ਨੂੰ ਪੂਰੇ ਇਖਤਿਆਰਾਤ ਹੈਗੇ ਆ, ਇਹਨਾਂ ਨੂੰ ਚਾਹੀਦਾ ਕਿ ਇਹ ਵੀ ਆਪਣੀ ਜਿਹੜੀ ਹੈਗੀ ਆ ਜੋੜ ਲਾਉਣ। ਜੀ ਜੀ ਤਾਲੀ ਸਾਹਿਬ, ਮੈਂ ਇੱਕ ਸਵਾਲ ਜਿਹੜਾ ਹੈਗਾ ਅੱਗੇ ਜਾਣ ਤੋਂ ਪਹਿਲਾਂ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ। ਬਿਲਕੁਲ ਤੁਸੀਂ ਠੀਕ ਕਿਹਾ ਕਿ ਢੀਂਡਸਾ ਸਾਹਿਬ ਨੇ ਆਪ ਦੇ ਨਾਲ ਜਾਂ ਕਿਸੇ ਹੋਰ ਧਿਰ ਦੇ ਨਾਲ, ਉਹ ਤਾਂ ਉਹਨਾਂ ਦੀ ਪਾਰਟੀ ਦੇ ਬੁਲਾਰੇ ਦੱਸ ਸਕਦੇ ਹੈ ਕਿ ਕੀ ਗੱਠਜੋੜ ਦੀ ਗੱਲ ਹੋਈ ਜਾਂ ਨਹੀਂ ਹੋਈ, ਪਰ ਗੱਠਜੋੜ ਕਰਨਾ ਤਾਂ ਪੋਲੀਟੀਕਲ ਪਾਰਟੀਆਂ 'ਚ ਸ਼੍ਰੋਮਣੀ ਅਕਾਲੀ ਦਲ ਐਡੀ ਵੱਡੀ ਧਿਰ ਕਹਿੰਦੇ ਹੈ, ਉਹ ਵੀ ਲੰਬਾ ਸਮਾਂ ਭਾਜਪਾ ਨਾਲ ਗੱਠਜੋੜ 'ਚ ਰਹੇ ਹੈ। ਗੱਠਜੋੜ ਕਰਨ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਨਾ ਕਿ ਦੂਜੀ ਧਿਰ ਕਮਜ਼ੋਰ ਹੈ। ਦੇਖੋ ਮੈਂ ਸਿੱਧੂ ਸਾਹਿਬ, ਦੇਖੋ ਮੈਂ ਇੱਕ ਗੱਲ ਕਹਾਂ ਕਿ ਉਹ ਹੈਗੀਆਂ ਵੱਡੀਆਂ ਪਾਰਟੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਜਿਹੜੀ ਬੀਜੇਪੀ ਹੈਗੀ ਆ, ਚਾਹੇ ਪੰਜਾਬ ਦੇ ਵਿੱਚ ਬੀਐਸਪੀ ਹੈਗੀ ਆ, ਇਹ ਇੱਕ ਬਰਾਬਰ ਦੇ ਧੜੇ ਹੈਗੇ ਆ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਨੂੰ ਮਾਤ ਦੇਣ ਵਾਸਤੇ ਇਹ ਪਾਰਟੀਆਂ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ ਆਪਣਾ ਹਮੇਸ਼ਾ ਹੀ ਇਕੱਠੀਆਂ ਹੁੰਦੀਆਂ ਆਈਆਂ। ਕਿੰਨੇ ਵਾਰ ਜਿਹੜਾ ਹੈਗਾ ਬੀਐਸਪੀ ਦੇ ਨਾਲ ਵੀ ਜਿਹੜਾ ਹੈਗਾ ਮੇਲਜੋਲ ਹੁੰਦਾ ਰਿਹਾ, ਪਰ ਅੱਜ ਜੋ ਪੋਜੀਸ਼ਨ ਹੈਗੀ ਹੈ, ਅੱਜ ਤਾਂ ਇਹ ਹੈਗਾ ਧੜੇ ਨਹੀਂ ਹੈਗੇ, ਇਹ ਛੋਟੇ ਛੋਟੇ ਜਿਨ੍ਹਾਂ ਨੂੰ ਗਰੁੱਪੀਆਂ ਕਹਿੰਦੇ ਆ ਉਹ ਹੈਗੀ ਆ, ਜਿਹਦੇ ਵਿੱਚ ਕਿਸੇ 'ਚ 4 ਬੰਦੇ ਆ, ਕਿਸੇ 'ਚ 2 ਬੰਦੇ ਆ, ਮਤਲਬ ਉਹ ਜਿਹੜੇ ਹੈਗੇ 2-4 ਬੰਦਿਆਂ ਦਾ ਹੀ ਸਾਰਾ ਜਿਹੜਾ ਹੈਗਾ ਸਿਸਟਮ ਹੈਗਾ। ਓਕੇ, ਚਲੋ ਤੁਹਾਡੀ ਗੱਲ ਆ ਗਈ ਜੀ। ਆਪਾਂ ਜਵਾਬ ਲੈਣੇ ਆ। ਪੀਰ ਮੁਹੰਮਦ ਜੀ, ਤੁਸੀਂ ਕਮੈਂਟ ਸੁਣੇ ਆ ਧਾਰਨੀ ਦੇ, ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਜਾਂ ਧੜੇ ਨਹੀਂ ਹੈਗੇ, ਇਹਦਾ 2-2, 4-4 ਬੰਦਿਆਂ ਦਾ ਗੱਠਜੋੜ ਹੈ ਤੇ ਅਕਾਲੀ ਦਲ ਜਾਂ ਪੰਥਕ ਰਾਜਨੀਤੀ ਤੇ ਇਹਦਾ ਕੋਈ ਪ੍ਰਭਾਵ ਪੈਣ ਵਾਲਾ ਨਹੀਂ ਹੈ। ਪੀਰ ਮੁਹੰਮਦ ਜੀ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਾਂਗਾ ਕਿ ਐਡਵੋਕੇਟ ਧਾਰਨੀ ਸਾਹਿਬ ਦੀ ਮਜਬੂਰੀ ਹੈ, ਉਹ ਆਪਣੀ ਪਾਰਟੀ ਵੱਲੋਂ ਬੁਲਾਰੇ ਨੇ ਤੇ ਉਹ ਆਪਣਾ ਪੱਖ ਹੀ ਮਜ਼ਬੂਤੀ ਨਾਲ ਉਹਨਾਂ ਨੇ ਰੱਖਣਾ ਹੀ ਹੈ, ਚਾਹੇ ਗਲਤ ਹੋਵੇ ਚਾਹੇ ਸਹੀ ਹੋਵੇ। ਸਹੀ ਨੂੰ ਉਹਨਾਂ ਨੇ ਗਲਤ ਕਹਿਣਾ ਤੇ ਗਲਤ ਨੂੰ ਸਹੀ ਕਹਿਣਾ, ਇਹ ਮਜਬੂਰੀ ਹੈ, ਹਰ ਪਾਰਟੀ ਦੇ ਨੁਮਾਇੰਦੇ ਦੀ ਹੁੰਦੀ ਹੈ। ਪਰ ਇੱਕ ਕਾਮਨ ਮੈਨ ਦੀ ਇੱਕ ਸੈਂਸ ਹੁੰਦੀ ਹੈ ਜਿਹੜੀ, ਉਹ ਤੁਸੀਂ ਵੀ ਤੁਹਾਡਾ ਰਾਜਸੀ ਲੋਕਾਂ ਨਾਲ ਔਰ ਰਾਜਸੀ ਪਾਰਟੀਆਂ ਨਾਲ ਤੁਹਾਡੀ ਕਲਮ ਦੇ ਵਾਹ ਪੈਂਦਾ ਰਿਹਾ ਲੰਮੇ ਸਮੇਂ ਤੋਂ। ਤੇ ਤੁਸੀਂ ਮੈਨੂੰ ਇਹ ਦੱਸੋ, 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਢੀਂਡਸਾ ਸਾਹਿਬ ਵੀ ਸੀ, ਬ੍ਰਹਮਪੁਰਾ ਸਾਹਿਬ ਵੀ ਸੀ, ਸੇਖਵਾਂ ਸਾਹਿਬ ਵੀ ਸੀ ਤੇ ਹੋਰ ਬਹੁਤ ਸਾਰੇ ਸਾਹਿਬ ਉਹਦੇ ਵਿੱਚ ਸੀ, ਲੇਕਿਨ ਉਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੂੰ 15 ਸੀਟਾਂ ਆਈਆਂ। ਤੇ ਅੱਜ ਜਿਹੜੀ ਹੰਕਾਰ ਦੀ ਗੱਲ ਕਰਦੇ ਨੇ ਧਾਰਨੀ ਸਾਹਿਬ, ਅੱਜ ਜਦੋਂ ਢੀਂਡਸਾ ਸਾਹਿਬ ਉਹਦੇ ਵਿੱਚੋਂ ਬਾਹਰ ਨੇ, ਸੇਖਵਾਂ ਸਾਹਿਬ ਬਾਹਰ ਨੇ, ਬ੍ਰਹਮਪੁਰਾ ਸਾਹਿਬ ਬਾਹਰ ਨੇ ਤੇ ਹੋਰ ਬਹੁਤ ਸਾਰੇ ਆਗੂ ਜਿਹੜੇ ਆ ਇੱਕ ਇੱਕ ਕਰਕੇ ਰੋਜ਼ ਬਾਹਰ ਆ ਰਹੇ ਨੇ ਤੇ ਕਈਆਂ ਨੂੰ ਇਹ ਆਪ ਕੱਢ ਰਹੇ ਨੇ। ਇਹਨਾਂ ਦੀ ਕੀ ਮਜਬੂਰੀ ਹੈ ਹੁਣ ਇਹਨਾਂ ਨੂੰ ਪਤਾ ਹੋਵੇਗਾ। ਤੁਸੀਂ ਦੇਖੋ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜਿਹੜੇ ਟਕਸਾਲੀ ਅਕਾਲੀ ਉਹ ਬਾਹਰ ਜਾ ਰਹੇ ਨੇ ਤੇ ਕਾਂਗਰਸੀ ਜਿਹੜੇ ਆ ਉਹ ਹਰ ਦਿਨ ਉਹਨਾਂ ਨੂੰ ਜੁਆਇਨ ਕਰਵਾ ਰਹੇ ਨੇ ਹਲਕਾ ਵਾਈਜ਼। ਇਹਦਾ ਮਤਲਬ ਇਹ ਆ ਕਿ ਕਾਰਪੋਰੇਟ ਘਰਾਣਿਆਂ ਦੇ ਢੰਗ ਤਰੀਕੇ ਜੋ ਹੁੰਦੇ ਨੇ ਕਿ ਕਿਹੜਾ ਬੰਦਾ ਕਿੱਥੇ ਉਹਨਾਂ ਨੂੰ ਫਿੱਟੇ, ਇਹ ਸਿਰਫ ਉਸ ਗੱਲ ਨੂੰ ਵੇਖ ਕੇ ਇਹ ਬੰਦੇ ਨੂੰ ਸ਼ਾਮਲ ਕਰ ਰਹੇ ਨੇ ਤੇ ਬੰਦੇ ਨੂੰ ਉਹਦੇ ਵਿੱਚੋਂ ਬਾਹਰ ਕੱਢ ਰਹੇ ਨੇ। ਸੋ ਮੈਂ ਮਹਿਸੂਸ ਕਰਦਾ ਕਿ ਇਹ ਜਿਹੜੇ ਹੰਕਾਰ ਦੀਆਂ ਗੱਲਾਂ ਅੱਜ ਧਾਰਨੀ ਸਾਹਿਬ ਨੇ ਸਾਨੂੰ ਗੱਲਾਂ ਕਹੀਆਂ ਨੇ, ਇਹ ਦੇਖੋ ਇਹ ਇੱਕ ਹੱਥ ਹੁੰਦਾ, ਜਿਹੜਾ ਹੱਥ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਧਾਰਨ ਕਰੀ ਬੈਠੀ ਹੈ, ਜਿਸ ਦਾ ਖਮਿਆਜਾ 2017 ਦੇ ਵਿੱਚ ਵੀ ਭੁਗਤਣਾ ਪਿਆ, ਜਦੋਂ ਕਿ 100 ਸਾਲ ਪੁਰਾਣੀ ਪਾਰਟੀ ਜਿਹੜੀ ਹੈ ਖੇਤਰੀ ਪਾਰਟੀ, ਔਰ ਜਿਸ ਨੇ ਹਮੇਸ਼ਾ ਇੱਥੇ ਜਾਂ ਵਿਰੋਧੀ ਧਿਰ ਦੇ ਵਿੱਚ ਬੈਠ ਕੇ ਭੂਮਿਕਾ ਨਿਭਾਈ ਜਾਂ ਸੱਤਾ ਧਿਰ ਦੇ ਉੱਤੇ ਭੂਮਿਕਾ ਨਿਭਾਈ ਹੈ, ਲੇਕਿਨ ਨਾ ਤਾਂ ਉਹ ਸੱਤਾ ਦੇ ਵਿੱਚ ਤੇ ਨਾ ਹੀ ਵਿਰੋਧੀ ਧਿਰ ਦੇ ਵਿੱਚ। ਸੋ ਅੱਜ ਜਿਹੜੀ ਗੱਲ ਹੈ ਤੱਥਾਂ ਦੇ ਆਧਾਰਿਤ, ਦਲੀਲਾਂ ਦੇ ਆਧਾਰਿਤ, ਐਡਵੋਕੇਟ ਸਾਹਿਬ ਨੇ, ਧਾਰਨੀ ਸਾਹਿਬ, ਇਹ ਕੋਈ ਦਲੀਲ ਨਾਲ ਗੱਲ ਕਰਕੇ ਦੱਸ ਦੇਣ ਕਿ ਕਿਸ ਤਰੀਕੇ ਦੇ ਨਾਲ ਇਹ ਮਹਿਸੂਸ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂਗਾ ਜਾਂ
ਇਹ ਜਿਹੜੇ 2-2 4-4 ਵੇਖੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਏ ਉਹਦੇ ਪਿੱਲਰ ਜਿਹੜੇ ਆ ਉਹ ਹਿੱਲ ਚੁੱਕੇ ਨੇ। ਪਿੱਲਰ ਜਿਹੜੇ ਸੀ, ਜਿਹੜੇ ਬਾਦਲ ਸਾਹਿਬ ਦੇ ਨਾਲ 40-40 50-50 ਸਾਲਾਂ ਤੋਂ ਸੇਵਾਵਾਂ ਕਰਦੇ, ਤੇ ਕੱਲ ਨੂੰ ਬਾਦਲ ਸਾਹਿਬ ਨੂੰ ਵੀ ਕਹਿਣਗੇ ਉਹਨਾਂ ਦੀ ਵੀ ਕੋਈ ਲੋੜ ਨਹੀਂ। ਉਹਨਾਂ ਨੂੰ ਕਹਿ ਹੀ ਦਿੱਤਾ, ਪੈਟਰਨ ਬਣਾ ਕੇ ਇੱਕ ਪਾਸੇ ਬਿਠਾਇਆ ਹੋਇਆ। ਉਹਨਾਂ ਦੀ ਕਿਸੇ ਵੀ ਗੱਲ ਦੇ ਵਿੱਚ ਕੋਈ ਰਾਏ ਨਹੀਂ ਲਈ ਜਾਂਦੀ। ਈਵਨ ਉਹਨਾਂ ਦੀ ਆਪਣੀ ਧੀ ਦੇ ਜਿਹੜੇ ਪਤੀ ਨੇ, ਜਦੋਂ ਉਹਨਾਂ ਦੀ ਗੱਲ ਆਈ ਤੇ ਉੱਥੇ ਵੀ ਇਹਨਾਂ ਨੂੰ ਵੇਖੋ ਕਿੰਨਾ ਵੱਡਾ ਘਮਸਾਨ। ਪਹਿਲੀ ਗੱਲ ਕਿ ਉਹਨਾਂ ਨੂੰ ਉੱਥੇ ਕਰਨਾ ਨਹੀਂ ਚਾਹੀਦਾ। ਉੱਥੇ ਪਹਿਲਾਂ ਹੀ ਵਲਟੋਆ ਸਾਹਿਬ ਇੱਕ ਮਜ਼ਬੂਤ ਕੈਂਡੀਡੇਟ ਹੈਗੇ ਸੀ, ਉਹਨਾਂ ਨੂੰ ਜਾਣ ਕੇ ਜਲੀਲ ਕਰਨ ਵਾਸਤੇ ਕਿਸੇ ਨਾ ਕਿਸੇ ਨੇ ਤਾਂ ਸ਼ਾਇਦ ਦਿੱਤੀ ਸੀ ਨਾ। ਉਹ ਜਿਹੜੇ ਇਸ ਤਰ੍ਹਾਂ ਦੇ ਕੰਮ ਇਹ ਕੀਤੇ ਜਾ ਰਹੇ ਨੇ। ਹੁਣ ਤੁਸੀਂ ਦੇਖੋ, ਮੇਰੇ ਉਹ ਕੱਟੜ ਵਿਰੋਧੀ ਨੇ ਸਿਆਸੀ ਤੌਰ ਤੇ, ਜੀਰਾ ਪਰਿਵਾਰ, ਜਥੇਦਾਰ ਹਰੀ ਸਿੰਘ ਜੀਰਾ, ਸਾਡਾ ਇੱਕੋ ਹਲਕਾ ਹੈ, ਪਰ ਉਹ ਵੀ ਇੱਕ ਟਕਸਾਲੀ ਪਰਿਵਾਰ ਹੈ, ਲੇਕਿਨ ਉਹਨਾਂ ਨੂੰ ਕੱਢ ਕੇ ਉੱਥੇ ਕਿਸੇ ਹੋਰ ਨੂੰ ਲਿਆ ਕੇ ਫਿੱਟ ਕਰ ਦਿੱਤਾ। ਸੋ ਇਸ ਤਰੀਕੇ ਦੇ ਨਾਲ ਜਿਹੜੀ ਇਹ ਰਾਜਨੀਤੀ ਚੱਲ ਰਹੀ ਹੈ, ਇਹ ਆਪਣੇ ਆਪ ਦੇ ਵਿੱਚ, ਇਹ ਤਾਂ ਧਾਰਨੀ ਸਾਹਿਬ ਹੀ ਦੱਸ ਸਕਦੇ ਆ ਜਾਂ ਇਹਨਾਂ ਦੀ ਪਾਰਟੀ ਦੱਸ ਸਕਦੀ ਹੈ ਕਰਨਾ ਕੀ ਚਾਹੁੰਦੇ ਨੇ। ਜੀ ਬਿਲਕੁਲ ਪੀਰ ਮਾਮਾ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਫੇਰ ਆਵਾਂਗਾ ਇਸ ਸਵਾਲ ਤੇ। ਡਾਕਟਰ ਸੋਹਤਾ, ਤੁਸੀਂ ਧਾਰਨੀ ਸਾਹਿਬ ਦੇ ਕਮੈਂਟਸ ਵੀ ਸੁਣੇ ਹੈ ਔਰ ਪੀਰ ਮਾਮੀ ਦੇ ਕਮੈਂਟਸ ਵੀ ਸੁਣੇ ਹੈ ਜੀ। ਬਿੰਗ ਸਿੱਖ ਵਿਦਵਾਨ ਹੋਣ ਦੇ ਨਾਤੇ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਬਣੀਆਂ ਹੋਈਆਂ ਸ਼੍ਰੋਮਣੀ ਅਕਾਲੀ ਦਲ, ਦੂਜੇ ਪਾਸੇ ਟਕਸਾਲੀ ਅਕਾਲੀ ਦਲ, ਇਹਨਾਂ ਪ੍ਰਸਥਿਤੀਆਂ 'ਚ ਕੀ ਪੰਥਕ ਰਾਜਨੀਤੀ 'ਚ ਕੋਈ ਹਲਚਲ ਹੋਏਗੀ ਜਾਂ ਕੋਈ ਸੰਭਾਵਨਾ ਨਹੀਂ ਨਜ਼ਰ ਆ ਰਹੀ? ਡਾਕਟਰ ਸੋਹਤਾ ਜੀ। ਹਾਂਜੀ ਸਿੱਧੂ ਸਾਹਿਬ, ਤੁਸੀਂ ਮੈਨੂੰ ਗੁਰਬਾਣੀ ਤੋਂ ਹੀ ਮੈਂ ਸ਼ੁਰੂ ਕਰਾਂਗੀ ਆਪਣਾ ਵਿਚਾਰ। ਗੁਰਬਾਣੀ ਸਾਨੂੰ ਇੱਕ ਸਿਧਾਂਤ ਦਿੰਦੀ ਹੈ ਕਿ ਅਸੂਲ ਦਿੰਦੀ ਹੈ, ਤੇ ਇਹਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ, ਕਲਯੁਗ ਮੈਂ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ, ਜਿਸਨੂੰ ਕਿਰਪਾ ਕਰੇ ਤੇ ਸਤ ਸੰਗ ਮਿਲਾਏ, ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ। ਗੁਰਬਾਣੀ ਸਾਨੂੰ ਇਹ ਸੰਦੇਸ਼ ਦਿੰਦੀ ਆ, ਸਾਨੂੰ ਇਹ ਮੰਨਣ ਵਾਸਤੇ ਕਹਿੰਦੀ ਹੈਗੀ ਆ। ਰਹੀ ਗੱਲ ਧੜਿਆਂ ਦੀ, ਜਿਸ ਤਰ੍ਹਾਂ ਹੁਣੇ ਵਿਚਾਰਾਂ ਕੀਤੀਆਂ ਨੇ, ਦੇਖੋ ਜਿਹੜੇ ਵੀ ਖਿਲਾੜੀ ਨੇ ਉਹਨਾਂ ਨੂੰ ਆਪਣੀ ਆਪਣੀ ਗੇਮ ਖੇਲਣ ਦਾ, ਆਪਣਾ ਪਾਸਾ ਬਦਲਣ ਦਾ ਜਾਂ ਉਸ ਨੂੰ ਅੱਛੀ ਪਰਫਾਰਮੈਂਸ ਕਰਨ ਦਾ ਅਧਿਕਾਰ ਹੁੰਦਾ। ਸੋ ਇਹ ਵੀ ਇੱਕ ਗੇਮ ਦੀ ਤਰ੍ਹਾਂ ਹੀ ਹੈ। ਟੀਮਾਂ ਬਣਦੀਆਂ ਨੇ, ਟੁੱਟਦੀਆਂ ਨੇ। ਇਹਦੇ ਵਿੱਚ ਕੁਝ ਮੈਰਿਜ ਆਫ ਕਨਵੀਨੀਅੰਸ ਹੁੰਦੀ ਹੈ, ਕੁਝ ਕੰਪਲਸ਼ਨ ਹੁੰਦੀ ਹੈ, ਜਾਂ ਹੋ ਸਕਦਾ ਹੈ ਕਿ ਕੁਝ ਅੱਛਾ ਕਰਨ ਦੀ ਵੀ ਜਿਹੜੀ ਇੱਛਾ ਹੋਵੇ, ਸਮਰੱਥਾ ਹੁੰਦੀ ਹੋਵੇ ਕਿ ਅਸੀਂ ਕੁਝ ਅੱਛਾ ਸਮਾਜ ਲਈ ਕਰ ਸਕਦੇ ਹਾਂ, ਵੈਲਿਊ ਬੇਸਡ ਸਿਸਟਮ ਕੋਈ ਲਿਆ ਸਕਦੇ ਹਾਂ। ਸੋ ਮੇਰਾ ਇਹ ਕਹਿਣਾ ਹੈ ਕਿ ਜਿਹੜੇ ਵੀ ਲੀਡਰ ਸਾਹਿਬਾਨ ਨੇ, ਇਹ ਬੜੇ ਲੰਬੇ ਸਮੇਂ ਤੋਂ ਬੜਾ ਇਹਨਾਂ ਦਾ ਜ਼ਿੰਦਗੀ ਦਾ ਲੰਬਾ ਜਿੱਥੇ ਐਕਸਪੀਰੀਅੰਸ ਹੈ, ਉਹਨਾਂ ਦਾ ਆਪਣਾ ਫੇਸ ਵੀ ਹੈ, ਉਹਨਾਂ ਦਾ ਆਪਣਾ ਅਕੀਦਾ ਵੀ ਹੈ। ਇਹ ਸਮਾਂ ਹੀ ਦੱਸੇਗਾ ਕਿ ਉਹਨਾਂ ਦਾ ਇਹ ਜਿਹੜਾ ਹੈਗਾ ਗੱਠਜੋੜ ਹੈ, ਜਾਂ ਇਹਨਾਂ ਦੀ ਜੋ ਕਨਵੀਨੀਅੰਸ ਹੈ, ਜੋ ਕੰਪਲਸ਼ਨ ਹੈ, ਜੋ ਅੱਛਾ ਕਰਨ ਦੀ ਸਮਰੱਥਾ ਹੈ, ਉਹਨਾਂ ਦੀ ਵਿਚਾਰਧਾਰਾ ਹੈ, ਉਹ ਕਿਵੇਂ ਦਾ ਰਿਜ਼ਲਟ ਲਿਆਉਂਦੀ ਹੈ। ਸੋ ਇਸ ਵੇਲੇ ਤਾਂ ਸਾਨੂੰ ਇਹੀ ਦੇਖਣਾ ਚਾਹੀਦਾ ਹੈ ਕਿ 74 ਸਾਲ ਆਜ਼ਾਦੀ ਤੋਂ ਬਾਅਦ ਬੀਤ ਜਾਣ ਤੇ ਸਾਡਾ ਜਿਹੜਾ ਹੈਗਾ, ਅਸੀਂ ਕਿੱਥੇ ਖੜੇ ਹਾਂ। ਅਸੀਂ ਕਦੇ ਪੰਥ ਬਚਾਉਣਾ ਹੈ, ਕਦੇ ਗਰੀਬੀ ਹਟਾਉਣੀ ਹੈ, ਕਦੇ ਔਰਤ ਨੂੰ ਉੱਚਾ ਚੁੱਕਣਾ ਹੈ, ਕਦੇ ਅਸੀਂ ਕਿਸੇ ਜਾਤ ਨੂੰ ਉੱਚਾ ਚੁੱਕਣਾ ਹੈ। ਸੋ ਇਹ ਚੀਜ਼ਾਂ ਨੂੰ ਲੈ ਕੇ ਜਿਹੜੇ ਰੱਖੇ ਜਾਂਦੇ ਨੇ ਸਾਹਮਣੇ, ਲੋਕਾਂ ਦੇ ਇਹਨਾਂ ਦੇ ਪੁਆਇੰਟਸ ਰੱਖੇ ਜਾਂਦੇ ਨੇ, ਜਾਂ ਇਹਨਾਂ ਦੇ ਅਮਲਾਂ ਵਿੱਚ ਉਹ ਕਿੱਥੋਂ ਤੱਕ ਆਉਂਦੇ ਨੇ, ਇਹ ਤਾਂ ਸਮਾਂ ਦੱਸੇਗਾ ਜੀ। ਡਾਕਟਰ ਸੋਹਤਾ, ਬਿਲਕੁਲ। ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ, ਕਿਉਂਕਿ ਇੱਕ ਮੁੱਦੇ ਤੇ ਤੁਸੀਂ ਜ਼ਿਕਰ ਕੀਤਾ, ਮੈਂ ਤੁਹਾਡੇ ਕਮੈਂਟ ਜ਼ਰੂਰ ਲੈਣਾ ਚਾਹਾਂਗਾ। ਤੁਸੀਂ ਜਾਤ ਦੀ ਗੱਲ ਕੀਤੀ ਹੈ। ਪਿਛਲੇ ਦਿਨਾਂ 'ਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਹੈ ਕਿ ਅਸੀਂ ਦਲਿਤਾਂ ਦੇ ਵਿੱਚੋਂ ਜਿਹੜਾ ਹੈਗਾ, ਜਦੋਂ ਸਾਨੂੰ ਮੌਕਾ ਮਿਲੇਗਾ ਸਰਕਾਰ ਬਣਾਉਣ ਦਾ, ਤਾਂ ਅਸੀਂ ਉਪ ਮੁੱਖ ਮੰਤਰੀ ਲਵਾਂਗੇ। ਕੀ ਇਹ ਅਕਾਲੀ ਜਾਂ ਪੰਥਕ ਰਾਜਨੀਤੀ ਦਾ ਹਿੱਸਾ ਹੈ ਕਿ ਅਸੀਂ ਕੱਲ ਨੂੰ ਕਹਾਂਗੇ ਕਿ ਰਾਮਗੜੀਆਂ 'ਚੋਂ ਦੇ ਸਕਦੇ ਹਾਂ, ਅਸੀਂ ਕਹਾਂਗੇ ਬ੍ਰਾਹਮਣਾਂ 'ਚੋਂ ਦੇ ਸਕਦੇ ਹਾਂ, ਦਲਿਤਾਂ 'ਚੋਂ? ਕੀ ਇਹ ਜਾਤ ਪਾਤ ਦਾ ਆਧਾਰ ਜਿਹੜਾ ਹੈਗਾ ਪੰਥਕ ਰਾਜਨੀਤੀ ਦਾ ਇੱਕ ਹਿੱਸਾ ਹੈ? ਇਹ ਅਗਰ ਗੁਰਬਾਣੀ ਤੁਹਾਡਾ ਆਧਾਰ, ਅਗਰ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਆਪਣਾ ਮੋਹਰੀ ਮੰਨਦੇ ਹੋ, ਉਸ ਨੂੰ ਮੰਨਦੇ ਹੋ, ਉਹਨਾਂ ਦੇ ਊਚ ਨੀਚ ਜਾਤ ਪਾਤ ਦਾ ਕੋਈ ਜ਼ਿਕਰ ਹੀ ਨਹੀਂ। ਉਹਨਾਂ ਵਾਸਤੇ ਮਾਨਵਤਾ ਦਾ ਧਰਮ ਹੈ, ਉਹਨਾਂ ਵਾਸਤੇ ਜਿਹੜੀ ਸਮੁੱਚੀ ਜਿਹੜੀ ਮਾਨਵਤਾ ਹੈਗੀ ਹੈ, ਉਹ ਉਹਨਾਂ ਵਾਸਤੇ ਪ੍ਰਮੁੱਖ ਹੈ। ਸੋ ਇਸ ਤਰ੍ਹਾਂ ਦੀਆਂ ਵਿਚਾਰਧਾਰਾ ਲੈਣੀਆਂ ਬੇਸਿਕਲੀ, ਫੰਡਾਮੈਂਟਲੀ ਇਸ ਸਿਸਟਮ ਨੂੰ
ਗਲਤ ਕਰਾਰ ਦਿੰਦੀਆਂ ਨੇ ਕਿ ਅਸੀਂ Okay. ਫਲਾਣੀ ਜਾਤ ਚੋਂ ਲਵਾਂਗੇ, ਕਦੇ ਗੁਰਦੁਆਰੇ ਰਾਮਗੜੀਆਂ ਦੇ ਬਣਾਵਾਂਗੇ, ਕਦੇ ਆ ਧਰਮੀਆਂ ਦੇ ਬਣਾਵਾਂਗੇ, ਕਦੇ ਜੱਟਾਂ ਦੇ ਬਣਾਵਾਂਗੇ। ਜਿਹੜਾ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਵਿਚਾਰਧਾਰਾ ਹੈ ਕਿ ਉਹਨਾਂ ਨੇ ਪੂਰੀ ਮਨੁੱਖਤਾ ਨੂੰ ਲੈ ਕੇ ਗੁਰੂ ਸਾਹਿਬ ਨੇ ਤਾਂ ਜੀ, ਚੌ ਜੀ। ਵਰਨੋਂ ਕਾ ਉਹਨਾਂ ਨੂੰ ਸਾਂਝੇ ਮੰਨਿਆ ਹੈ, ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ ਹੈ। ਗੁਰੂ ਦਰਬਾਰ ਸਾਹਿਬ ਦੇ 4 ਦਰਵਾਜ਼ੇ ਰੱਖੇ ਨੇ, ਸਾਰਿਆਂ ਵਾਸਤੇ ਓਪਨ ਹੈ। ਸੋ ਬੇਸਿਕਲੀ Thank you. ਤੁਸੀਂ ਵੀ ਔਰ ਬੁਲਾਰੇ ਵੀ ਭਲੀ ਭਾਂਤ ਸਮਝ ਸਕਦੇ ਨੇ ਕਿ ਅਸੀਂ ਪ੍ਰਿੰਸੀਪਲੀ ਕਿੱਥੇ ਆ, ਪ੍ਰੈਕਟੀਕਲੀ ਕਿੱਥੇ ਹੈਗੇ ਆ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਡਾਕਟਰ ਸਾਹਿਬ, ਮਿਹਰਬਾਨੀ। Welcome, ਮੈਂ welcome. ਇਸ ਮੁੱਦੇ ਤੇ ਵਾਪਸ ਆਵਾਂਗਾ ਤੁਹਾਡੇ ਵੱਲ। ਤਾਰਨੀ ਸਾਹਿਬ, ਖਾਸ ਤੌਰ ਤੇ ਪੀਰ ਮੁਹੰਮਦ ਜੀ ਨੇ ਜਿਹੜਾ ਸਵਾਲ ਖੜਾ ਕੀਤਾ ਹੈ, ਉਹ ਕਹਿੰਦੇ ਕਿ ਜਿਹੜਾ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹ ਹਉਮੈ ਤੇ ਹੰਕਾਰ ਦੀ ਗੱਲ ਕਰ ਰਹੀ ਹੈ, ਔਰ ਉਹ ਕਹਿੰਦੇ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨਾ ਕਿ ਪਿਛਲੀ ਵਾਰੀ ਤੀਜੇ ਨੰਬਰ ਤੇ ਚਲੇ ਗਏ, ਵਿਰੋਧੀ ਧਿਰ ਵੀ ਨਹੀਂ ਰਹੇ, 15 ਸੀਟਾਂ ਤੇ ਸਬਰ ਕਰਨਾ ਪਿਆ, ਔਰ ਟਕਸਾਲੀ ਨੇਤਾ ਤੇ ਦੂਜੇ ਪਤਾ ਨਹੀਂ ਕੌਣ ਆਗੂ ਜਿਹੜੇ ਛੱਡ ਕੇ ਇਸ ਦਲ ਨੂੰ ਜਾ ਰਹੇ ਆ ਬਾਹਰ। ਦੇਖੋ ਗੱਲ ਇਹ ਹੈਗੀ ਹੈ ਜੀ, ਮੈਂ ਪੀਰ ਮੁਹੰਮਦ ਸਾਹਿਬ ਥੋੜਾ ਜਿਹਾ ਤੇਜ਼ ਬੋਲੇ ਆ, ਤੱਤਾ ਬੋਲੇ ਆ, ਮੈਂ ਤਾਂ ਬੜਾ ਨਿਮਰਤਾ ਨਾਲ ਬੋਲਿਆ ਹੈਗਾ। ਤੇ ਦੂਜੀ ਗੱਲ, ਜਿੰਨੀਆਂ ਗੱਲਾਂ ਪੀਰ ਮੁਹੰਮਦ ਸਾਹਿਬ ਨੇ ਕਰੀਆਂ ਹੈਗੀਆਂ, ਮੈਂ ਇਹਨਾਂ ਨੂੰ ਇਹ ਪੁੱਛਦਾ ਹੈਗਾ ਕਿ ਬ੍ਰਹਮਪੁਰਾ ਸਾਹਿਬ ਕੀ ਹੈਗੇ ਆ। ਇਹ ਕਹਿੰਦੇ ਆ ਕਿ ਬਾਦਲ ਸਾਹਿਬ ਨੂੰ ਚੱਕ ਕੇ ਇਹਨਾਂ ਨੇ ਪੈਟਰਨ ਬਣਾਤਾ। ਦੂਜੀ ਗੱਲ, ਇਹ ਕਹਿੰਦੇ ਆ ਜੀ ਅਕਾਲੀਆਂ ਨੂੰ ਕੱਢ ਰਹੇ ਆ, ਕਾਂਗਰਸੀਆਂ ਨੂੰ ਲਿਆ ਰਹੇ ਆ। ਇਹ ਜਾ ਕੇ ਆਮ ਆਦਮੀ ਪਾਰਟੀ ਦੇ ਝੋਲੀਆਂ ਚੱਕੀ ਸੀ। ਕੋਈ ਵੀ ਕਾਰਵਾਈ ਜਾਂ ਜਿਹੜਾ ਹੈਗਾ ਇਹ ਆਪਣੀ ਸਟ੍ਰੈਟਜੀ ਬਣਾਉਂਦੇ ਆ, ਇਹਨਾਂ ਲਈ ਠੀਕ, ਇਹਨਾਂ ਲਈ ਉਹ ਪੋਲਿਟਿਕਸ। ਜੇ ਅਸੀਂ ਕੋਈ ਗੱਲ ਕਰਦੇ ਹੈਗੇ ਆ, ਜੇ ਅਸੀਂ ਬਾਦਲ ਸਾਹਿਬ ਨੂੰ ਪੈਟਰਨ ਬਣਾਤਾ ਤਾਂ ਬਾਦਲ ਸਾਹਿਬ ਨੂੰ ਲਾਂਭੇ ਕਰਤਾ। ਸੋ ਇਹ ਜਿਹੜੀ ਹੁੰਦੀ ਹੈ ਸਿਆਸਤ ਦੇ ਵਿੱਚ, ਠੀਕ ਹੈ, ਇਹਨਾਂ ਨੂੰ ਆਪਣਾ ਜੋੜ ਲਾਉਣਾ ਚਾਹੀਦਾ। ਪਰ ਦੂਸਰੀ ਗੱਲ ਇਹ ਕਹਿਣੀ ਕਿ ਜੀ ਇਹ ਜਿਹੜਾ ਹੈਗਾ ਪਿਛਲੇ ਟਾਈਮ ਦੇ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਦੇਖ ਲਓ। ਬਿਲਕੁਲ ਕਾਰਗੁਜ਼ਾਰੀ ਦਾ ਜਦੋਂ ਰਿਜ਼ਲਟ ਆਇਆ ਉਸ ਟਾਈਮ ਤਾਂ ਢੀਂਡਸਾ ਸਾਹਿਬ ਸਾਡੇ ਨਾਲ ਸੀ, ਉਹ ਤੋਂ ਬਾਅਦ ਜਿਹੜੇ ਬ੍ਰਹਮਪੁਰਾ ਸਾਹਿਬ ਵੀ ਸਾਡੇ ਨਾਲ ਸੀ, ਬਡਾਲੀ ਸਾਹਿਬ ਵੀ ਸਾਡੇ ਨਾਲ ਸੀ, ਪੀਰ ਮੁਹੰਮਦ ਸਾਹਿਬ ਵੀ ਸਾਡੇ ਨਾਲ ਸੀ। ਹੁਣ ਇਹ ਅਲੱਗ ਜਾਣ ਦੇ ਨਾਲ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਇਹ ਦੁੱਧ ਨਾਲ ਧੋਤੇ ਗਏ, ਹੁਣ ਇਹ ਗੰਗਾ ਇਸ਼ਨਾਨ ਇਹਨਾਂ ਦਾ ਹੋ ਗਿਆ। ਮੈਂ ਪੁੱਛਦਾ ਹਾਂ ਕਿ ਢੀਂਡਸਾ ਸਾਹਿਬ ਕਿੰਨੀਆਂ ਇਲੈਕਸ਼ਨਾਂ ਜਿੱਤੇ ਸ਼੍ਰੋਮਣੀ ਅਕਾਲੀ ਦਲ ਚੋਂ? ਹਰੇਕ ਵਾਰ ਜਿਹੜਾ ਹੈਗਾ ਰਾਜ ਸਭਾ ਦੇ ਵਿੱਚ ਜਾ ਕੇ ਬੈਠਦੇ ਰਹੇ, ਹਮੇਸ਼ਾ ਜਿਹੜਾ ਹੈਗਾ। ਔਰ ਅੱਜ ਜਿਹੜਾ ਹੈਗਾ ਪ੍ਰਧਾਨ ਬਣ ਕੇ ਬੈਠ ਕੇ ਆਪਣੇ ਆਪੇ। ਦੂਸਰੇ ਦਾ ਕੁਐਸਚਨ ਵੀ ਫਲਾਣਾ ਪ੍ਰਧਾਨ ਨਹੀਂ ਜੀ ਹੋ ਸਕਦਾ, ਇਹ ਨਹੀਂ ਹੋ ਸਕਦਾ। ਆਪ ਅੱਜ ਪ੍ਰਧਾਨ ਬਣ ਕੇ ਬੈਠ ਕੇ ਔਰ ਪ੍ਰਧਾਨਗੀ ਦੇ ਨਾਲ ਇਹ कहता ਕਿ ਮੈਂ ਇਲੈਕਸ਼ਨ ਨਹੀਂ ਲੜੂੰਗਾ। ਦੂਜੀ ਗੱਲ ਦੇਖੋ, ਮੈਂ ਬੀਬੀ ਜੀ ਬੜਾ ਅੱਛਾ ਇਹਨਾਂ ਨੇ ਗੁਰਬਾਣੀ ਦਾ ਕੋਟ ਕਰਕੇ ਕਿਹਾ ਹੈਗਾ, ਪਰ ਮੈਂ ਇੱਕ ਗੱਲ ਕਹਿਣਾ, ਬੀਬੀ ਜੀ ਜ਼ਰੂਰ ਇਸ ਗੱਲ ਬਾਰੇ ਵੀ ਦੱਸਣ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਮਾੜੀਆਂ ਮੋਟੀਆਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ, ਉਸ ਦੇ ਰਿਜ਼ਲਟ ਵੀ ਲੋਕ ਉਹਨਾਂ ਨੂੰ ਦਿੰਦੇ ਹੈਗੇ ਆ। ਪਰ ਜਦੋਂ ਬ੍ਰਹਮਪੁਰਾ ਸਾਹਿਬ ਵਰਗੇ, ਜਦੋਂ ਬ੍ਰਹਮਪੁਰਾ ਸਾਹਿਬ ਵਰਗੇ, ਢੀਂਡਸਾ ਸਾਹਿਬ ਵਰਗੇ, ਹਾਂਜੀ ਹਾਂਜੀ ਤਾਨੀ ਸਾਹਿਬ, ਆਈ ਐਮ ਸੌਰੀ ਕਿ ਵਿੱਚੋਂ ਟੋਕਣ ਲੱਗਿਆ। ਮੈਂ ਇੱਕ ਸਵਾਲ, ਕਿਉਂਕਿ ਮੈਂ ਅੱਗੇ ਗੈਸਟਾਂ ਤੋਂ ਵੀ ਸਵਾਲ ਲੈਣੇ ਆ, ਉਹ ਹੈਗਾ ਕਿ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਬ੍ਰਹਮਪੁਰਾ ਦੀ ਜਾਂ ਢੀਂਡਸਾ ਦੀ, ਕਿ ਪਹਿਲਾਂ ਵਿੱਚ ਸੀ ਤੇ ਉਦੋਂ ਵੀ ਰਿਜ਼ਲਟ ਇਹੀ ਆਏ ਤੇ ਹੁਣ ਤਾਂ ਬਾਹਰ ਹੋਣਗੇ। ਇੱਕ ਗੱਲ, ਦੂਜੀ ਅਕਾਲੀ ਦਲ ਦਾ ਆਪਣਾ ਤਜਰਬਾ, ਜਥੇਦਾਰ ਗੁਰਚਰਨ ਸਿੰਘ ਟੌੜਾ ਇੱਕੋ ਟਕਸਾਲੀ ਨੇਤਾ ਸੀ, ਜਦੋਂ ਬਾਹਰ ਆਇਆ ਤੇ ਉਦੋਂ ਵੀ ਜਿਹੜੇ ਅਕਾਲੀ ਦਲ ਦੇ ਨਤੀਜੇ ਹੈ ਵਿਧਾਨ ਸਭਾ ਦੀਆਂ ਚੋਣਾਂ 'ਚ ਬਹੁਤ ਪ੍ਰਭਾਵਿਤ ਹੋਏ। ਸੋ ਕੱਦਾਵਰ ਨੇਤਾ ਕਿਤੇ ਨਾ ਕਿਤੇ ਪ੍ਰਭਾਵ ਤਾਂ ਰੱਖਦੇ ਹੀ ਹੈ, ਧਾਰਨੀ ਜੀ, ਕਿ ਨਹੀਂ? ਹਾਂਜੀ ਹਾਂਜੀ ਜੀ ਧਾਰਨੀ ਸਾਹਿਬ, ਮੈਂ ਕਹਿ ਰਿਹਾ ਕਿ ਕੱਦਾਵਰ ਨੇਤਾ ਕਿਤੇ ਪ੍ਰਭਾਵ ਤਾਂ ਰੱਖਦੇ ਹੀ ਹੈ। ਦੇਖੋ ਮੇਰੀ ਇੱਕ ਗੱਲ, ਮੈਂ ਇਹ ਕਹਿਣਾ ਕਿ ਢੀਂਡਸਾ ਸਾਹਿਬ ਦੀਆਂ ਸਾਰੀਆਂ ਇਲੈਕਸ਼ਨਾਂ ਜਿੰਨੀਆਂ ਉਹਨਾਂ ਨੇ ਕੰਟੈਸਟ ਕੀਤੀਆਂ, ਉਹਨਾਂ ਦਾ ਜ਼ਰੂਰ ਰਿਜ਼ਲਟ ਜਿਹੜਾ ਹੈਗਾ ਚੈੱਕ ਕਰ ਲਿਆ ਜਾਵੇ। ਦੇਖੋ ਪਰਮਿੰਦਰ ਜਿਹੜੇ ਢੀਂਡਸਾ ਹੈਗੇ ਆ, ਉਹਨਾਂ ਦਾ ਲੋਕਾਂ ਦੇ ਵਿੱਚ ਬਹੁਤ ਰਸੂਖ ਹੈਗਾ, ਉਹ ਆਪਣੇ ਹਲਕੇ ਤੱਕ ਮਹਿਦੂਦ ਹੈਗੇ ਆ। ਬਾਕੀ ਅਦਰਵਾਈਜ਼ ਜਿਹੜਾ ਹੈਗਾ ਠੀਕ ਹੈ ਕਿ ਆਪਣੇ ਆਪਣੇ ਹਲਕੇ ਦੇ ਵਿੱਚ ਹੁੰਦੇ ਆ, ਪਰ ਸਾਰੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇੱਕ ਪਾਰਟੀ ਨੂੰ ਚਲਾਉਣਾ, ਉਸ ਦੀ ਪੈਰਵਾਈ ਕਰਨੀ, ਰਹਿਨਮਾਈ ਕਰਨੀ ਬਹੁਤ ਮੁਸ਼ਕਲ ਗੱਲਾਂ ਹੋ ਜਿਆ ਕਰਦੀ। ਓਕੇ, ਥੈਂਕ ਯੂ ਧਾਰਨੀ ਸਾਹਿਬ, ਥੈਂਕ ਯੂ। ਤੁਹਾਡੀ ਗੱਲ ਕਾਫੀ ਵਿਸਤਾਰ 'ਚ ਆ ਗਈ ਹੈ, ਥੈਂਕ ਯੂ ਵੈਰੀ ਮਚ। ਪੀਰ ਮੁਹੰਮਦ ਜੀ, ਮੈਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਇਸ ਮੁੱਦੇ ਤੇ ਜ਼ਰੂਰ ਜਵਾਬ, ਉਹਨਾਂ ਦਾ ਕਹਿਣਾ ਹੈ ਕਿ ਜੇ ਆਪਾਂ ਗੱਲ ਕਰਦੇ ਹਾਂ ਢੀਂਡਸਾ ਸਾਹਿਬ ਦੀ, ਤੇ ਆਪਣਾ ਰਿਕਾਰਡ ਵੀ ਦੱਸ ਦੇਣਾ, ਕੋਈ ਐਸੀ ਗੱਲ ਨਹੀਂ। ਉਹ ਕਹਿੰਦੇ ਜੇ ਜਥੇਦਾਰ
ਟੋੜਾ ਦੀ ਗੱਲ ਕਰਦੇ ਹਾਂ। ਅਕਾਲੀ ਦਲ ਦੇ ਅੰਦਰ ਜਿਹੜੇ ਹੈਗੇ ਬਹੁਤ ਸਾਰੇ ਨੇਤਾ, ਬਹੁਤ ਸਾਰੀਆਂ ਵੱਡੀ ਜਿਹੜੀ ਹੈਗੀ ਪਾਰਟੀ ਹੈਗੀ ਆ, ਇਹਦੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹੈ। ਪਰ ਮੁੱਖ ਤੌਰ ਤੇ ਜਿਹੜਾ ਹੈਗਾ ਕਿਸੇ ਇੰਡੀਵਿਜੂਅਲ ਵਿਅਕਤੀ ਦਾ ਕੋਈ ਖਾਸ ਰੋਲ ਜਾਂ ਭੂਮਿਕਾ ਨਹੀਂ ਰਹਿ ਜਾਂਦੀ। ਦੇਖੋ ਸਿੱਧੂ ਸਾਹਿਬ, ਮੇਨ ਗੱਲ ਇਹ ਆ ਕਿ ਜਿਹੜਾ ਅਸਲ ਇਹ ਕਾਰਨ ਕੀ ਹੈ ਕਿ ਇਹ ਨੇਤਾ ਬਾਹਰ ਕਿਉਂ ਆਏ ਨੇ। ਇਹ ਧਾਰਨੀ ਸਾਹਿਬ ਇਹ ਦੱਸ ਦੇਣ ਕਿ ਜਿਹੜੇ ਢੀਂਡਸਾ ਸਾਹਿਬ ਨੇ ਉਹ ਸਕੱਤਰ ਜਨਰਲ ਸੀ ਪਾਰਟੀ ਦੇ, ਔਰ ਬਾਦਲ ਸਾਹਿਬ ਤੋਂ ਬਾਅਦ ਬ੍ਰਹਮਪੁਰਾ ਸਾਹਿਬ ਸੀਨੀਅਰ ਮੀਤ ਪ੍ਰਧਾਨ ਸਨ ਪਾਰਟੀ ਦੇ। ਤੇ ਇਹ ਜਿਹੜੇ ਦੋ ਨੇਤਾ ਨੇ, ਇਸੇ ਤਰ੍ਹਾਂ ਹੀ ਆਪਣੇ ਸੇਖਵਾ ਸਾਹਿਬ, ਡਾਕਟਰ ਰਤਨ ਸਿੰਘ ਅਜਨਾਲਾ, ਇਹ ਸਾਰੇ ਉਹਨਾਂ ਦੇ ਨਾਲ ਹਮ ਰੁਤਬਾ ਇੱਕ ਆਪਣਾ ਇੱਕ ਥਾਂ ਰੱਖਦੇ ਸੀ। ਇਹਨਾਂ ਨੂੰ ਕੀ ਆਪਣੀ ਕੋਈ ਟਿਕਟ ਦੀ ਪ੍ਰੋਬਲਮ ਸੀ ਜਾਂ ਇਹਨਾਂ ਨੂੰ ਕਿਸੇ ਅਹੁਦੇ ਦੀ ਪ੍ਰੋਬਲਮ ਸੀ? ਨਹੀਂ, ਉਹਨਾਂ ਨੇ ਕੁਝ ਸਵਾਲ ਉਠਾਏ ਪਾਰਟੀ ਦੇ ਅੰਦਰ। ਆਪਾਂ ਘਰਾਂ ਦੇ ਵਿੱਚ ਵੀ, ਪਰਿਵਾਰ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਜਿਹੜੇ ਪਰਿਵਾਰ ਦਾ ਜਿਹੜਾ ਮੋਢੀ ਹੁੰਦਾ, ਉਹ ਪਰਿਵਾਰ ਦਾ ਮੋਢੀ ਹੁੰਦਾ ਹੈ। ਜਦੋਂ ਉਹਨੂੰ ਲੱਗਦਾ ਕਿ ਘਰ ਦੇ ਵਿੱਚ ਮੇਰੇ ਬੱਚੇ ਜਾਂ ਮੇਰਾ ਪਰਿਵਾਰ ਜਿਹੜਾ ਹੈ ਉਹ ਖਿੰਡ ਪੁੰਡ ਜਾਏਗਾ ਜੇ ਆਹ ਗੱਲਾਂ ਠੀਕ ਨਾ ਕੀਤੀਆਂ, ਤਾਂ ਉਹਨਾਂ ਦੇ ਉੱਤੇ ਕੁਐਸਚਨ ਰੇਜ ਹੁੰਦੇ ਨੇ। ਘਰਾਂ ਦੇ ਵਿੱਚ ਵੀ ਆਪਾਂ ਕਰਦੇ ਹਾਂ। ਪਾਰਟੀ ਵੀ ਜਿਹੜੀ ਉਹ ਇੱਕ ਘਰ, ਇੱਕ ਮਾਂ ਦਾ ਰੂਪ ਹੁੰਦੀ ਏ, ਜਿਸ ਦੇ ਕੋਲ ਆਪਣੇ ਦੁੱਖੜਿਆ ਆਪਣੀ ਗੱਲ। ਹੁਣ ਤੁਸੀਂ ਦੇਖੋ, ਆਮ ਲਾਂਭਾ ਦਿੱਤਾ ਜਾਂਦਾ ਇਹਨਾਂ ਦੋਵਾਂ ਆਗੂਆਂ ਦੇ ਉੱਤੇ ਕਿ ਤੁਸੀਂ ਭਾਈ ਉਦੋਂ ਕਿਉਂ ਨਹੀਂ ਗੱਲ ਕੀਤੀ ਜਦੋਂ ਤੁਸੀਂ ਪਾਰਟੀ ਦੇ ਵਿੱਚ ਸੀ। ਉਹਨਾਂ ਨੇ ਵਾਰ-ਵਾਰ ਇਹ ਗੱਲ ਕਹੀ ਹੈ ਕਿ ਅਸੀਂ ਇੱਕ ਕੋਰ ਕਮੇਟੀ ਹੁੰਦੀ ਪਾਰਟੀ ਦੀ, ਉਸ ਕੋਰ ਕਮੇਟੀ ਦੇ ਵਿੱਚ ਸਾਰੀਆਂ ਗੱਲਾਂ ਮੀਡੀਆ ਦੇ ਵਿੱਚ ਲਿਆਉਣ ਤੋਂ ਪਹਿਲਾਂ ਸਾਰੀਆਂ ਗੱਲਾਂ ਉੱਥੇ ਕਰਦੇ ਰਹੇ। ਜਦੋਂ ਸਾਡੀ ਗੱਲ ਨਹੀਂ ਸੁਣੀ ਗਈ, ਫਿਰ ਅਸੀਂ ਪਬਲਿਕਲੀ ਬਾਹਰ ਆਏ ਆ, ਫਿਰ ਅਸੀਂ ਰਿਜ਼ਾਈਨ ਦਿੱਤੇ ਆ, ਫਿਰ ਅਸੀਂ ਆਪਣੀ ਗੱਲ ਕੀਤੀ ਹੈ। ਜੇ ਉਹਨਾਂ ਨੇ ਕਿਸੇ ਅਹੁਦੇ ਵਾਸਤੇ ਲੜਨਾ ਹੁੰਦਾ ਤੇ ਅਹੁਦੇ ਤਾਂ ਉਹਨਾਂ ਨੂੰ ਤੇ ਉਹਨਾਂ ਦੇ ਪੁੱਤਰਾਂ ਨੂੰ ਵੀ ਮਿਲੇ ਹੋਏ ਸੀ। ਅਹੁਦੇ ਦੀ ਇੱਥੇ ਕੋਈ ਲੜਾਈ ਨਹੀਂ ਹੈਗੀ। ਪਰਮਿੰਦਰ ਸਿੰਘ ਢੀਂਡਸਾ ਉਸੇ ਵਿਧਾਨ ਸਭਾ ਦੇ ਵਿੱਚ ਜਿਹੜੇ 15 ਐਮਐਲਏ ਆ, ਉਹਨਾਂ ਦਾ ਮੁਖੀ ਸੀ। ਉਹਨਾਂ ਨੂੰ ਕੋਈ ਅਹੁਦੇ ਦੀ ਕੋਈ ਪ੍ਰੋਬਲਮ, ਉਹ ਤਾਂ ਕਹਿੰਦੇ ਨੇ ਕਿ ਪਾਰਟੀ ਦੇ ਵਿੱਚ ਜਿਹੜਾ ਸਾਡਾ ਮਾਣ ਸਤਿਕਾਰ ਸੀ ਉਹ ਤਾਂ ਬਰਕਰਾਰ ਸੀ। ਪਰ ਜੋ ਇੱਕ ਮਨਮਾਨੀਆਂ, ਜਿਹੜੀ ਇੱਕ ਡਿਕਟੇਟਰਸ਼ਿਪ ਜਿਹੜੀ ਚੱਲ ਰਹੀ ਏ, ਜਿਨ੍ਹਾਂ ਦੀ ਮੈਂ ਅੱਗੇ ਜਾ ਕੇ ਗੱਲ ਕੀਤੀ। ਹੁਣ ਅਗਲੀ ਗੱਲ ਕਰ ਲਓ ਕਿ ਕੱਲ ਨੂੰ ਜਥੇਦਾਰ ਤੋਤਾ ਸਿੰਘ ਬਾਹਰ ਆ ਜਾਂਦੇ ਆ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਬਾਹਰ ਆ ਜਾਂਦੇ ਆ, ਜਾਂ ਹੋਰ ਸਾਰੇ ਬਹੁਤ ਸਾਰੇ ਆਗੂ ਆ ਜਾਂਦੇ ਆ, ਕਿ ਧਾਰਨੀ ਸਾਹਿਬ ਫਿਰ ਵੀ ਕਹਿਣਗੇ ਕਿ ਇਹਨਾਂ ਦੀ ਵੀ ਕੋਈ ਲੋੜ ਨਹੀਂ। ਇਸ ਤਰ੍ਹਾਂ ਕਰਕੇ ਜਿਹੜੇ ਟਕਸਾਲੀ ਆਗੂ ਨੇ ਉਹ ਟਿਪਸ ਦੇ ਉੱਤੇ ਗਿਣ ਜੋਗੇ ਰਹਿ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ। ਉਹਨਾਂ ਦੀ ਕਦੋਂ ਗੱਲ ਸੁਣੀ ਜਾਏਗੀ? ਜੀ ਤੁਹਾਡੀ ਗੱਲ ਆ ਗਈ, ਬਹੁਤ ਮਿਹਰਬਾਨੀ। ਆਪਾਂ ਇਸ ਮੁੱਦੇ ਤੇ ਵਾਪਸ ਆਵਾਂਗੇ। ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਇੰਨੇ ਮੁੱਦਿਆਂ ਤੇ ਆ ਰਹੇ ਹਾਂ ਵਾਪਸ ਕਿ ਕਿਸ ਤਰ੍ਹਾਂ ਢੀਂਡਸਾ ਸਾਹਿਬ ਤੇ ਬ੍ਰਹਮਪੁਰਾ ਇੱਕ ਪਲੇਟਫਾਰਮ ਤੇ ਆਉਣ ਦੇ ਨਾਲ ਕੀ ਅਕਾਲੀ ਰਾਜਨੀਤੀ ਜਾਂ ਪੰਥਕ ਰਾਜਨੀਤੀ 'ਚ ਮਚੇਗੀ ਹਲਚਲ। ਬਹੁਤ ਸਾਰੇ ਸਵਾਲ ਹੈ, ਰਾਏ ਵੱਖਰੋ ਵੱਖਰੀ। ਇਹਨਾਂ ਮੁੱਦਿਆਂ ਤੇ ਲਾਵਾਂਗੇ ਸਵਾਲ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੇ ਜੁੜੇ ਦਰਸ਼ਕਾਂ ਦਾ ਸਵਾਗਤ। ਤਾਨੀ ਜੀ, ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ ਤੇ ਪੀਰ ਮੁਹੰਮਦ ਜੀ ਇਹ ਕਹਿ ਰਹੇ ਸੀ, ਉਹਨਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਦੇ ਅੰਦਰ ਜਿੱਦਾਂ ਦਾ ਮਾਹੌਲ ਬਣਿਆ, ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਬ੍ਰਹਮਪੁਰਾ ਦੀ ਗੱਲ ਕਰ ਲਈਏ, ਢੀਂਡਸਾ ਦੀ ਗੱਲ ਕਰ ਲਈਏ, ਬਾਹਰ ਕਿਉਂ ਜਾਣਾ ਪਿਆ? ਉਹਨਾਂ ਕੋਲੇ ਤਾਂ ਪਹਿਲੇ ਵੱਡੇ ਅਹੁਦੇ ਸਨ। ਅਹੁਦਿਆਂ ਦਾ ਸਵਾਲ ਨਹੀਂ ਹੈ। ਸਵਾਲ ਇਹ ਹੈ ਕਿ ਸਿਧਾਂਤਕ ਤੌਰ ਤੇ ਜਦੋਂ ਪਾਰਟੀ ਦੇ ਅੰਦਰ ਸੁਣਵਾਈ ਨਾ ਹੋਵੇ, ਮਤਭੇਦ ਹੋਵੇ, ਚਾਹੇ ਬੇਅਦਬੀ ਦੀ ਗੱਲ ਕਰ ਲਈਏ, ਚਾਹੇ ਡੇਰਾ ਸੌਦਾ ਨੂੰ ਮਾਫੀ ਦੀ ਗੱਲ ਕਰ ਲਈਏ, ਜਾਂ ਦੂਜੇ ਮੁੱਦਿਆਂ ਦੀ ਗੱਲ ਕਰ ਲਈਏ, ਜਿਹਦੇ ਕਰਕੇ ਉਹਨਾਂ ਨੂੰ ਬਾਹਰ ਜਾਣਾ ਪਿਆ। ਸਿੱਧੂ ਸਾਹਿਬ ਦੇਖੋ ਜਿੱਥੋਂ ਤੱਕ ਬੇਅਦਬੀ ਦਾ ਮੁੱਦਾ ਹੈਗਾ, ਉਹ ਮੈਂ ਸਮਝਦਾ ਹੈਗਾ ਜਾਤੀ ਤੌਰ ਤੇ ਮੈਂ ਵੀ ਉਸ ਦੇ ਨਾਲ ਬਹੁਤ ਹਰਟ ਹੋਇਆ ਹੈਗਾ। ਪਰ ਕੀ ਇਹਨਾਂ ਨੇ ਜਦੋਂ ਬੇਅਦਬੀ ਹੋਈ ਸੀ ਇਮੀਡੀਏਟਲੀ ਛੱਡਤਾ ਸੀ ਬ੍ਰਹਮਪੁਰਾ ਸਾਹਿਬ ਨੇ, ਜਾਂ ਜਿਹੜਾ ਢੀਂਡਸਾ ਸਾਹਿਬ ਨੇ ਕਦੋਂ ਛੱਡਿਆ? ਇਹੋ ਤਾਂ ਤੁਹਾਨੂੰ ਧਾਰਨੀ ਸਾਹਿਬ ਕਹਿ ਰਹੇ ਆ ਕਿ ਉਦੋਂ ਪਾਰਟੀ ਦੇ ਅੰਦਰ ਇਹ ਗੱਲਾਂ ਉੱਠੀਆਂ, ਕੋਰ ਕਮੇਟੀ ਦੇ ਵਿੱਚ ਉੱਠੀਆਂ, ਔਰ ਉੱਥੇ ਗੱਲ ਕੀਤੀ ਗਈ ਕਿ ਤੁਸੀਂ ਕਿਹੋ ਜਿਹੇ ਲੋਕਾਂ ਨੂੰ ਪੰਜਾਬ ਦੇ ਡੀਜੀਪੀ ਲਗਾ ਰਹੇ ਹੋ, ਕਿਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਆਪਣੇ ਸਲਾਹਕਾਰ ਬਣਾਇਆ ਹੋਇਆ। ਇਹੋ ਗੱਲਾਂ ਤਾਂ ਕਰਦੇ ਰਹੇ ਅੰਦਰ ਪਾਰਟੀ ਦੇ। ਜਦੋਂ ਨਹੀਂ ਸੁਣਵਾਈ ਹੋਈ ਕਿਹੜੀ ਬਾਹਰ ਆਏ ਨੇ? ਮੈਂ ਕਿਹਾ ਪੀਰ ਮਾਮਾ ਸਾਹਿਬ ਕਿੰਨੀ ਕੁ ਦੇਰ ਕਰਦੇ ਰਹੇ? ਮੈਂ ਇਹ ਕਹਿਣਾ ਕਿ ਅੱਜ ਮੈਂ ਹਰਟ ਹੁੰਦਾ, ਅੱਜ ਮੈਂ ਸ਼ਾਮ ਨੂੰ ਰਿਜ਼ਾਈਨ ਕਰ ਦਿੰਦਾ। ਗੱਲ ਇਹ ਹੋਇਆ ਕਰਦੀ ਹੈ। ਇਹ ਨਹੀਂ ਤਰੀਕਾ ਹੁੰਦਾ ਵੀ ਅੰਦਰ ਬੈਠੇ। ਚਲੋ ਦੂਜੀ ਗੱਲ ਪਰ ਆ ਜਾਓ। ਮੈਂ ਕਹਿੰਦਾ ਉਹ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਪਾਰਟੀ ਛੱਡ ਰਹੇ ਹੈਗੇ ਆ। ਪਾਰਲੀਮੈਂਟ ਕਿਉਂ ਨਾ ਛੱਡੀ? ਦੋਵੇਂ ਲੀਡਰਾਂ ਨੇ ਮਲਾਈ ਕਿਉਂ ਖਾਂਦੇ ਰਹੇ? ਮਲਾਈ ਹਮੇਸ਼ਾ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਹੈਗਾ ਉਹ। ਮੈਂ ਤੁਹਾਨੂੰ ਜਵਾਬ ਦੇਣਾ, ਮੇਰੀ ਗੱਲ ਸੁਣੋ। ਨਹੀਂ ਮੈਂ ਤੁਹਾਨੂੰ ਜਵਾਬ,
ਮੈਂ ਤੁਹਾਨੂੰ ਮੈਂ ਜਵਾਬ ਦੇਣਾ ਹੈਗਾ ਮੈਂ ਜਵਾਬ ਦੇਣਾ ਜੀ ਤਾਂ ਪਾਰਲੀਮੈਂਟ ਮੇਰੀ ਗੱਲ ਸੁਣੋ ਜਵਾਬ ਲੈ ਲਈਏ ਗੱਲ ਸੁਣੋ ਜਵਾਬ ਲੈ ਲਈਏ ਪੀਰ ਮੁਹੰਮਦ ਜੀ ਗੱਲ ਤਾਂ ਸੁਣੋ ਗੱਲ ਸੁਣੋ ਮੈਂ ਤੁਹਾਨੂੰ ਦੱਸਦਾ ਜਵਾਬ ਲੈ ਲਈਏ ਪੀਰ ਮੁਹੰਮਦ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਦੱਸਦਾ ਕਿ ਮੈਂਬਰ ਬ੍ਰਹਮਪੁਰਾ ਨੇ ਕਿਹੜੀਆਂ ਮਲਾਈਆਂ ਖਾਧੀਆਂ ਕਿ ਉਸ ਤੋਂ ਬਾਅਦ ਤੁਸੀਂ ਅਸਤੀਫਾ ਦੇ ਦਿੱਤਾ। ਉਦੋਂ ਅਸਤੀਫਾ ਦਿੱਤਾ ਜਦੋਂ ਬਿਲਕੁਲ ਪਹਿਲਾਂ ਤਾਂ ਤੁਸੀਂ ਉਸ ਦਿਨ ਤੇ ਸਫਾਈਆਂ ਹੀ ਦਿੰਦੇ ਰਹੇ ਕਿ ਕੱਲ ਨੂੰ ਬੜੇ ਚੰਗੇ ਆ ਜੀ, ਸਾਨੂੰ ਕੱਟਣੀ ਕੀ ਆ ਚਿੱਠੀ ਦੇਤੀ, ਸਾਨੂੰ ਫਲਾਣੇ ਆ ਚਿੱਠੀ ਦੇਤੀ, ਆ ਪੜ੍ਹ ਲਓ। ਜਦੋਂ ਦੇਖਿਆ ਕਿ ਪੈਰਾਂ ਥੱਲੇ ਅੱਗ ਸੁੱਟ ਦਿੱਤੀ ਗਈ ਏ, ਨਰਿੰਦਰ ਮੋਦੀ, ਅਮਿਤ ਸ਼ਾਹ, ਜੇਤਲੀ, ਉਹਨਾਂ ਜਿਹੜੇ ਉਹਨਾਂ ਦੇ ਦੂਸਰੇ ਆਗੂ ਸਨ, ਉਹਨਾਂ ਦੇ ਨਾਲ ਜਿਵੇਂ ਆਪਣੇ ਹਾਲਾਤ ਬਣੇ ਤੇ ਆਪਾਂ ਉੱਥੋਂ ਬਾਹਰ ਆਏ ਆ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਪਾਰਟੀ ਦੇ ਅੰਦਰ ਹਮੇਸ਼ਾ ਹੀ ਹੁੰਦਾ ਆ ਕਿ ਕਿਸੇ ਕੋਲ ਕੋਈ ਅਹੁਦਾ ਹੁੰਦਾ ਹੈ, ਉਹ ਅਹੁਦਾ ਨਹੀਂ ਛੱਡਦਾ। ਮੈਂ ਮੰਨ ਲੈਣਾ ਤੁਹਾਡੀ ਗੱਲ, ਇਹ ਜਦੋਂ ਤੁਸੀਂ ਇੱਥੇ ਨਹੀਂ ਛੱਡਿਆ ਅਹੁਦਾ, ਅਜੇ ਤੱਕ ਨਹੀਂ ਛੱਡਿਆ, ਪਾਰਲੀਮੈਂਟ ਦੇ ਅੰਦਰ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਜਿਹੜੀ ਤੁਸੀਂ ਜਿਸ ਦੇ ਨਾਲ ਕਾਲੇ ਕਾਨੂੰਨ ਤੁਸੀਂ ਰੱਦ ਕਰਵਾ ਲਏ। ਸਾਨੂੰ ਵੀ ਟਾਈਮ ਦੇ ਦਿਓ ਹੁਣ। ਓਕੇ ਧਾਰਨੀ ਜੀ ਸੰਗੇਤ ਤੋਂ ਡਾਕਟਰ ਸੋਤਾ ਤੋਂ ਵੀ ਮੈਂ ਸਵਾਲ ਲੈਣਾ ਹੈ। ਧਾਰਨੀ ਸਾਹਿਬ ਪਲੀਜ਼। ਹਾਂ, ਮੈਂ ਇਹ ਪੁੱਛਦਾ ਹੈਗਾ ਕਿ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਜਦੋਂ ਛੱਡਤਾ ਸੀ, ਆਪਣੀ ਪਾਰਟੀ ਬਣਾ ਲਈ ਸੀ, ਕੀ ਇਹਨਾਂ ਨੇ ਜਿਸ ਪਾਰਟੀ ਵੱਲੋਂ ਜਿਹੜੇ ਮੈਂਬਰ ਪਾਰਲੀਮੈਂਟ ਜਿੱਤ ਕੇ ਆਏ ਸੀ ਛੱਡਤਾ ਸੀ? ਛੋਟੇ ਢੀਂਡਸਾ ਸਾਹਿਬ, ਪਰਮਿੰਦਰ ਸਿੰਘ ਢੀਂਡਸਾ ਨੇ ਛੱਡਤਾ ਸੀ। ਦੂਜੀ ਗੱਲ, ਸਾਡੇ ਤੇ ਐਲੀਗੇਸ਼ਨ ਲਾ ਰਹੇ ਆ ਅਸੀਂ ਬੀਜੇਪੀ ਦੀ ਟਿਕਟ ਤੋਂ ਨਹੀਂ ਜਿੱਤੇ ਪਏ, ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਠਜੋੜ ਜਿਹੜਾ ਹੈ, ਗੱਠਜੋੜ ਆਪਸੀ ਗੱਠਜੋੜ ਨਾਲ ਜਿੱਤੇ ਹੋ। ਇੱਕ ਮਿੰਟ ਬੈਠੋ, ਇੱਕ ਮਿੰਟ ਚੁੱਪ ਕਰੋ। ਗੱਠਜੋੜ ਜਿਹੜਾ ਹੈਗਾ ਸਾਡਾ ਬੀਜੇਪੀ ਦੇ ਨਾਲ ਹੈਗਾ, ਬੀਜੇਪੀ ਨਾਲ ਸੀ, ਸੌਰੀ। ਤੇ ਅਸੀਂ ਜਿਹੜਾ ਹੈਗਾ ਜਦੋਂ ਸਾਨੂੰ ਠੀਕ ਲੱਗਿਆ ਅਸੀਂ ਬਿਲਕੁਲ ਬੀਜੇਪੀ ਦੇ ਨਾਲ ਗੱਠ ਜੋੜ ਕੇ ਉਹਨਾਂ ਦੀ ਸਰਕਾਰ ਦੇ ਵਿੱਚੋਂ, ਉਹਨਾਂ ਦੀ ਵਜ਼ਾਰਤ ਦੇ ਵਿੱਚੋਂ ਰਿਜ਼ਾਈਨ ਕਰਕੇ ਬਾਹਰ ਆਏ ਆ। ਤੁਹਾਡੇ ਵਾਲਾ ਕੰਮ ਨਹੀਂ ਵੀ ਮਲਾਈ ਕਿਤੇ ਖਾਂਦੇ ਰਹੇ, ਕੁੜਕੁੜ ਓਕੇ ਧਾਰਨੀ ਸਾਹਿਬ, ਮੈਂ ਪੁੱਛਦਾ ਤੁਹਾਡੀ ਗੱਲ ਕਿ ਆ ਗਈ। ਪਰਮਿੰਦਰ ਸਿੰਘ ਢੀਂਡਸਾ ਨੇ ਹੁਣ ਤੱਕ ਅਸਤੀਫਾ ਦੇਤਾ? ਓਕੇ ਕਹਿ ਲਈ ਗੱਲ ਤੁਸੀਂ। ਧਾਰਨੀ ਜੀ ਕਹਿ ਲਈ ਗੱਲ। ਇੱਕ ਛੋਟਾ ਜਿਹਾ ਸਵਾਲ ਮੈਂ ਡਾਕਟਰ ਸੋਤਾ ਵੱਲ ਸਵਾਲ ਲੈਣਾ ਹੈ। ਧਾਰਨੀ ਸਾਹਿਬ ਇੱਕ ਛੋਟਾ ਜਿਹਾ ਸਵਾਲ ਇਹ ਵੀ ਲੈਣਾ, ਤੁਸੀਂ ਖੁਦ ਗੱਲ ਕਰੀ ਆ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਦੀ। ਇਹੀ ਤਾਂ ਪੀਰ ਮੁਹੰਮਦ ਜੀ ਕਹਿ ਰਿਹਾ ਹੈ ਕਿ ਵੀ ਭਾਰਤੀ ਜਨਤਾ ਪਾਰਟੀ ਨਾਲ ਜਿਹੜਾ ਗੱਠਜੋੜ ਸੀ ਉਦੋਂ ਆਪਣੀਆਂ 15 ਸੀਟਾਂ ਆਈਆਂ ਤੇ ਹੁਣ ਤਾਂ ਉਹ ਗੱਠਜੋੜ ਵੀ ਨਹੀਂ ਰਿਹਾ ਤੇ ਇੱਕ ਟਕਸਾਲੀ ਨੇਤਾ ਵੀ ਬਾਹਰ ਜਾ ਰਿਹਾ ਹੈ ਤੇ ਮੁਸ਼ਕਲਾਂ ਹੋਰ ਵਧਣਗੀਆਂ। ਮੈਂ ਸਿੱਧੂ ਸਾਹਿਬ ਇੱਕ ਗੱਲ ਜਿਤਾ ਦੇਵਾਂ ਕਿ ਜਦੋਂ ਬੀਜੇਪੀ ਦੀ ਹੋਂਦ ਨਹੀਂ ਸੀ, ਜਨਸੰਘ ਹੋਇਆ ਕਰਦੀ ਸੀ, ਉਹਨਾਂ ਦੀ ਇੱਕ ਸੀਟ ਵੀ ਨਹੀਂ ਸੀ ਕਦੇ ਆਈ। ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਉਹ ਬੀਜੇਪੀ ਜਿਹੜੀ ਹੈਗੀ ਆ ਆਪਣੀ ਲੜਾਈ ਛੱਡ ਗਈ ਸੀ। ਅਸੀਂ ਵੀ ਠੀਕ ਹੈ ਕਿ ਵਿੱਚ ਜਿਹੜੇ ਹੁੰਦੇ ਆ ਟ੍ਰੇਟਰਸ ਹੁੰਦੇ ਆ, ਜ਼ਰੂਰ ਉਹਦੇ ਨਾਲ ਨੁਕਸਾਨ ਪਾਰਟੀਆਂ ਨੂੰ ਪਹੁੰਚਿਆ ਕਰਦੇ ਹੈਗੇ ਆ, ਪਰ ਇਹ ਨਹੀਂ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਗਿਆ। ਆਉਣ ਵਾਲੀ ਜਦੋਂ ਇਲੈਕਸ਼ਨ ਆਊਗੀ ਨਾ ਉਹ ਤੁਹਾਡੇ ਸਾਹਮਣੇ ਹੋ ਜਾਊਗਾ। ਔਰ ਪੀਰ ਮੁਹੰਮਦ ਸਾਹਿਬ ਨੂੰ ਵੀ ਮੈਂ ਬੇਨਤੀ ਕਰਦਾ ਕਿ ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਪਾਰਟੀ ਛੱਡੀ ਉਸ ਤੋਂ ਬਾਅਦ ਫੇਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਆਏ। ਇਹਨਾਂ ਨੂੰ ਵੀ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਕਿ ਕੱਲ ਨੂੰ ਜਿਹੜਾ ਹੈਗਾ ਰਸਤੇ ਸਾਰੇ ਬੰਦ ਹੋ ਜਾਣ। ਜੀ ਥੈਂਕ ਯੂ ਧਾਰਨੀ ਸਾਹਿਬ। ਡਾਕਟਰ ਸੋਤਾ ਬਿਲਕੁਲ ਸਵਾਲ ਜਿੱਦਾਂ ਦੀਆਂ ਪ੍ਰਸਥਿਤੀਆਂ ਬਣੀਆਂ ਵੀ ਹੈ, ਜੇ ਆਪਾਂ ਗੱਲ ਕਰਦੇ ਹਾਂ ਪੰਥਕ ਨੇਤਾਵਾਂ ਦੀ, ਅਕਾਲੀ ਲੀਡਰਸ਼ਿਪ 'ਚ ਆਪਣੇ ਮਤਭੇਦ ਹੋ ਸਕਦੇ ਹੈ, ਪਰ ਜਿਹੜੀਆਂ ਮੌਜੂਦਾ ਪ੍ਰਸਥਿਤੀਆਂ 'ਚ ਟਕਰਾਅ ਵਾਲੀਆਂ ਪ੍ਰਸਥਿਤੀਆਂ ਬਣਦੀਆਂ ਹੈ ਤਾਂ ਇਹਦੇ ਨਾਲ ਕਿੱਡੀ ਕੁ ਵੱਡੀ ਸੰਭਾਵਨਾ ਹੈ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆਉਂਦੀ ਹੈ, ਵਿਧਾਨ ਸਭਾ ਦੀ ਚੋਣ ਆਉਂਦੀ ਹੈ, ਇਹਨਾਂ ਵੱਡੀਆਂ ਸੰਸਥਾਵਾਂ ਦੀਆਂ ਲੜਾਈਆਂ ਤੇ ਇਲੈਕਸ਼ਨਾਂ ਤੇ ਇੰਪੈਕਟ ਪਏਗਾ ਕਿ ਨਹੀਂ ਪਏਗਾ? ਦੇਖੋ ਜੀ, ਗੱਲ ਇਹ ਹੈ ਕਿ ਤੁਹਾਡੇ ਵਾਲੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਹਰ ਚੀਜ਼ ਲਈ ਸਮਾਂ ਜਿਹੜਾ ਬਹੁਤ ਵੱਡਾ ਉਹ ਜ਼ਿੰਮੇਵਾਰ ਹੁੰਦਾ ਹੈ, ਔਰ ਸਮਾਂ ਇੱਕ ਬਹੁਤ ਵੱਡੀ ਰਾਹਤ ਵੀ ਦਿੰਦਾ ਹੈ ਔਰ ਸਮਾਂ ਬਹੁਤ ਵੱਡਾ ਜਵਾਬ ਵੀ ਦਿੰਦਾ ਹੈਗਾ परिस्थितियां का। मैं ये कहनी हाँ, गुरु महाराज कहते ने बहुता बोलन झखण होए बिन बोले जाने सब सोए। सो जिस तरह दियां परिस्थितियां साडे रहियां ने, कदे असी नशा मुक्त पंजाब बनाउणा है, कदे असी पंजाब नूं कैलीफोर्निया बनाउणा है, कदे असी सड़कां रबड़ दियां बना देणियां, जे अमली उड़ गया तो आपे उड़ के घर चलिया जाएगा। वो तो आके ਜਿਹੜੀਆਂ परिस्थितियां ਜਿਹੜੀਆਂ बड़ियां ही दुखदायक होईयां, बेअदबी का मामला, ਸਰੂਪਾਂ ਦਾ लापता होना और शांतमई प्रोटेस्ट कर ਸਿੰਘਾਂ ਨੂੰ शहीद करना और अणपछाते पुलिस कर्मियों का अज तक पता ना लगना, हर चीज़ जिहड़ी है
ਇਹ ਨਿਰਪੱਖ ਹੋ ਕੇ ਸੋਚਿਆ ਜਾਵੇ। ਆਪਣੇ ਆਪ 'ਚ ਵੱਡਾ ਪ੍ਰਸ਼ਨ ਚਲਾਉਂਦੀ ਹੈ, ਵੱਡਾ ਸਵਾਲ ਖੜਾ ਕਰਦੀ ਹੈ। ਜਦੋਂ ਇਲੈਕਸ਼ਨਾਂ ਆਉਣਗੀਆਂ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਵੇ, ਚਾਹੇ ਵਿਧਾਨ ਸਭਾ ਦੀ ਆਵੇ, ਤੇ ਉਹਦੇ ਵਾਸਤੇ ਮੈਂ ਤੁਹਾਨੂੰ ਅੱਜ ਦੱਸ ਦਿੰਦੀ ਹਾਂ ਕਿ ਪਬਲਿਕ ਤਿਆਰ ਬੈਠੀ ਹੈ। ਲੋਕ ਇਹ ਸਵਾਲਾਂ ਦੇ ਜਵਾਬ ਹਰ ਕਿਸੇ ਨੂੰ ਪੁੱਛਣਗੇ। ਸੋ ਮਿਹਰਬਾਨੀ ਕਰਕੇ ਜਿੱਥੇ ਇਹਦੀ ਜਵਾਬਦੇਹੀ ਦਿੱਤੀ ਜਾਵੇ ਅੱਜ ਤੋਂ ਲੈ ਕੇ ਹੀ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਚੀਜ਼ਾਂ ਖੜੌਤ ਹੈਗੀਆਂ ਨੇ ਉਹ ਕਿਸੇ ਤੋਂ ਭੁੱਲੀਆਂ ਨਹੀਂ ਹੋਈਆਂ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਸਿੱਧੂ ਸਾਹਿਬ ਬਹੁਤ ਵੱਡਾ ਰੋਲ ਹੈਗਾ। ਉਹ ਹਰ ਚੀਜ਼ ਨੂੰ ਬਹੁਤ ਉਜਾਗਰ ਕਰਦੇ ਨੇ। ਤੁਸੀਂ ਮੈਨੂੰ ਇਹ ਦੱਸੋ ਕਿ ਸ਼੍ਰੋਮਣੀ ਕਮੇਟੀ ਵਿੱਚ ਕਿਸ ਨੂੰ ਨਹੀਂ ਪਤਾ ਕਿ ਘਪਲੇ ਹੋਏ? ਅਜੇ ਤੱਕ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਿਆ। ਜੇ ਸਰੂਪ ਲਾਪਤਾ ਹੋਏ ਤਾਂ ਪਤਾ ਨਹੀਂ, ਕਹਿੰਦੇ ਪਤਾ ਨਹੀਂ ਕੌਣ ਲੈ ਗਿਆ, ਪਤਾ ਨਹੀਂ ਕੋਈ ਛੋਟੇ ਮੁਲਾਜ਼ਮ ਦੀ ਹੋਗੀ। ਮਤਲਬ ਹਰ ਚੀਜ਼ ਤੇ ਪੱਲਾ ਝਾੜ ਲੈਣਾ ਜਾਂ ਇੱਕ ਬੜਾ ਹੀ ਜਵਾਬ ਇਰਰਿਸਪੌਂਸਿਬਲ ਵੇ ਦਾ ਦੇਣਾ, ਇਹ ਕਿਸੇ ਵਾਸਤੇ ਵੀ ਠੀਕ ਨਹੀਂ। ਸਾਡੇ ਵਾਸਤੇ ਕੋਈ ਲੀਡਰ ਇੰਪੋਰਟੈਂਟ ਨਹੀਂ, ਸਾਡੇ ਵਾਸਤੇ ਕੌਮ ਇੰਪੋਰਟੈਂਟ ਹੈ, ਸਾਡੇ ਵਾਸਤੇ ਆਪਣੀ ਸਟੇਟ ਇੰਪੋਰਟੈਂਟ ਹੈ, ਸਾਡੇ ਵਾਸਤੇ ਆਪਣਾ ਦੇਸ਼ ਇੰਪੋਰਟੈਂਟ ਹੈ, ਸਾਡੇ ਵਾਸਤੇ ਆਪਣਾ ਨੌਜਵਾਨ ਇੰਪੋਰਟੈਂਟ ਹੈ ਜਿਹੜਾ ਹਰ ਫਰੰਟ ਤੇ ਰੁੜ ਰਿਹਾ। ਓਕੇ ਡਾਕਟਰ ਸੋਤਾ, ਥੈਂਕ ਯੂ ਵੈਰੀ ਮਚ। ਪੀਰ ਮੁਹੰਮਦ ਜੀ ਇੰਤਜ਼ਾਰ ਕਰ ਰਹੇ ਹੈ। ਪੀਰ ਮੁਹੰਮਦ ਜੀ ਤੁਸੀਂ ਆਪਣੀ ਗੱਲ ਵੀ ਜ਼ਰੂਰ ਕਹੋ, ਪਰ ਧਾਰਨੀ ਸਾਹਿਬ ਨੇ ਕਿਹਾ ਹੈ ਕਿ ਪੀਰ ਮੁਹੰਮਦ ਜੀ ਥੋੜਾ ਸੋਚ ਕੇ ਬੋਲਿਆ ਕਰੋ, ਕਿਉਂਕਿ ਜਥੇਦਾਰ ਟੌੜਾ ਨੂੰ ਜੂ ਟਰਨ ਲੈ ਕੇ ਵਾਪਸ ਅਕਾਲੀ ਦਲ ਚ ਆਉਣਾ ਪਿਆ। ਇਹੋ ਜਿਹੀਆਂ ਪ੍ਰਸਥਿਤੀਆਂ ਤਾਂ ਨਹੀਂ ਬਣ ਜਾਣਗੀਆਂ, ਧਾਰਨੀ ਜੀ ਕਹਿ ਰਹੇ ਹੈ। ਦੇਖੋ ਬੀਬੀ ਜੀ ਨੇ ਤੁਹਾਨੂੰ ਗੁਰਬਾਣੀ ਦੇ ਰਾਹੀਂ ਔਰ ਆਧਾਰ ਨਾ ਦੇ ਕੇ ਇੱਕ ਆਮ ਕਾਮਨ ਸਿੱਖ ਜਿਹੜਾ ਕੀ ਮਹਿਸੂਸ ਕਰਦਾ ਹੈ, ਜੋ ਸਾਡਾ ਪੰਜਾਬੀ ਉਹ ਕੀ ਮਹਿਸੂਸ ਕਰਦਾ ਹੈ। ਜਿਸ ਧਰਤੀ ਤੇ ਸਰਜ਼ਮੀਨ ਦੇ ਉੱਤੇ ਅਸੀਂ ਬੈਠੇ ਹਾਂ, ਉੱਥੇ ਸਾਡੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਨੇ। ਅਸੀਂ ਰਾਜ ਲੋਕਾਂ ਦੇ ਉੱਤੇ ਕਰਨਾ ਹੈ ਜਾਂ ਲੋਕਾਂ ਦੇ ਦਿਲਾਂ ਦੇ ਉੱਤੇ ਕਰਨਾ ਹੈ। ਦੇਖੋ ਸਭ ਤੋਂ ਵੱਡੀ ਗੱਲ ਇਹ ਆ, ਰਾਜ ਤਾਂ ਕਾਂਗਰਸ ਨੇ ਵੀ ਕੀਤਾ ਔਰ ਕਾਂਗਰਸ ਨੇ ਰਾਜ ਕਰਦਿਆਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ। ਕੀ ਅਸੀਂ ਉਸ ਤਰ੍ਹਾਂ ਦਾ ਰਾਜ ਕਰਨਾ ਕਿ ਆਪਣੇ ਲੋਕਾਂ ਨੂੰ ਕੁੱਟਣਾ ਮਾਰਨਾ ਤੇ ਆਪਣੇ ਲੋਕਾਂ ਦੇ ਉੱਤੇ ਤਸ਼ੱਦਦ ਕਰਨਾ, ਜਿਨ੍ਹਾਂ ਲੋਕਾਂ ਨੇ ਕੀਤਾ ਹੈ? ਦੇਖੋ ਇਹਦੇ ਵਿੱਚ ਧਾਰਨੀ ਸਾਹਿਬ ਤੁਸੀਂ ਆਪ ਇੱਕ ਗੁਰਸਿੱਖ ਹੋ, ਤੁਸੀਂ ਮਹਿਸੂਸ ਕਰਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਘਟਨਾਵਾਂ ਬੀਬੀ ਜੀ ਨੇ ਗਨਾਈਆਂ ਨੇ, ਕੀ ਉਹ ਐਵੇਂ ਗੱਲਾਂ ਨੇ? ਉਹਨਾਂ ਗੱਲਾਂ ਦੇ ਨਾਲ ਸਾਡਾ ਜਿਹੜਾ ਨਾਤਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਕਿਉਂ ਜੁੜ ਗਿਆ? ਉਹ ਇਸ ਕਰਕੇ ਜੁੜ ਗਿਆ ਕਿ ਅਸੀਂ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਂਦੇ ਸਾਂ। ਸਾਡੀ ਸਰਕਾਰ ਦੇ ਸਮੇਂ ਦੇ ਦਰਮਿਆਨ ਨੱਕ ਹੇਠ ਇਸ ਤਰ੍ਹਾਂ ਦੀ ਗਲਤ ਘਟਨਾ ਵਾਪਰੇ ਤਾਂ ਅਸੀਂ ਮੂਕ ਦਰਸ਼ਕ ਬਣ ਕੇ ਸਾਰਾ ਕੁਝ ਦੇਖਦੇ ਰਹੀਏ, ਉਹ ਠੀਕ ਨਹੀਂ। ਜਿੱਥੋਂ ਤੱਕ ਤੁਸੀਂ ਟੌੜਾ ਸਾਹਿਬ ਦੀ ਗੱਲ ਕਰਦੇ ਹੋ, ਟੌੜਾ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਤੱਕ ਉਹਨਾਂ ਦੇ ਅੰਦਰ ਆਪਣਾ ਬਲ ਸੀ, ਉਹ ਆਪਣੀ ਗੱਲ ਨੂੰ ਬੜੇ ਚੰਗੇ ਤਰੀਕੇ ਦੇ ਨਾਲ, ਬੜੇ ਵਧੀਆ ਢੰਗ ਦੇ ਨਾਲ ਅਕਾਲੀ ਦਲ ਦੇ ਅੱਗੇ ਵੀ ਰੱਖਦੇ ਰਹੇ, ਪੰਥ ਦੇ ਅੱਗੇ ਵੀ ਰੱਖਦੇ ਰਹੇ। ਜਦੋਂ ਇੱਕ ਬਜ਼ੁਰਗ ਇੱਕ ਡੈਥ ਬੈੱਡ ਦੇ ਉੱਤੇ ਪਿਆ ਹੋਵੇ ਤਾਂ ਫਿਰ ਉਹਦਾ ਜਿੱਥੇ ਮਰਜ਼ੀ ਗੂਠਾ ਲਵਾ ਲਓ। ਉਹ ਤਾਂ ਉਹ ਧੱਕੇ ਨਾਲ ਉਹਨਾਂ ਪੁੱਤਰਾਂ ਨੇ ਜਿਹੜੇ ਸਿਰਫ ਜਾਇਦਾਦ ਦੇ ਲੋਭੀ ਹੁੰਦੇ ਨੇ, ਉਵੇਂ ਉਹਨਾਂ ਦਾ ਗੂਠਾ ਲਵਾ ਲਿਆ ਗਿਆ। ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਅਜੇ ਵੀ ਮੌਕਾ ਹੈ। ਅਸੀਂ ਚਾਹੁੰਦੇ ਹਾਂ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਪੰਥਕ ਸਰਕਾਰ ਬਣੇ ਔਰ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ। ਪਰ ਥੈਂਕ ਯੂ ਜਿਹੜੀ ਅੱਠ ਧਰਮੀ ਹੈ, ਜਿਹੜੇ ਢੰਗ ਤਰੀਕੇ ਤੁਸੀਂ ਅਪਣਾਏ ਆ, ਉਹਨਾਂ ਦੇ ਉੱਤੇ ਕਿਉਂ ਨਹੀਂ ਧਿਆਨ ਦਿੰਦੇ ਤੁਸੀਂ? ਜੀ ਫਿਰ ਮੁਹੰਮਦ ਜੀ ਤੁਹਾਡੀ ਗੱਲ ਆ ਗਈ। ਧਾਰਨੀ ਜੀ ਇੰਤਜ਼ਾਰ ਕਰ ਰਿਹਾ। ਧਾਰਨੀ ਸਾਹਿਬ ਦੋਸਤਾਂ ਨੇ ਵੀ ਸਵਾਲ ਖੜੇ ਕੀਤੇ ਹੈ, ਫਿਰ ਮੁਹੰਮਦ ਨੇ ਵੀ ਕਿਹਾ ਇਹਨਾਂ ਮੁੱਦਿਆਂ ਤੇ। ਜੀ ਧਾਰਨੀ ਜੀ ਮੈਂ ਦੋ ਹੀ ਗੱਲਾਂ ਕਰਨੀਆਂ। ਨੰਬਰ 1, ਇਹ ਜੋ ਮਰਜ਼ੀ ਕਰਨ, ਇਹ ਤਾਂ ਜਦੇ ਨਾਲ ਦੀ ਨਾਲ ਗੰਗਾ ਨਹਾਤੇ ਜਾਂਦੇ ਆ। ਦੇਖੋ ਬ੍ਰਹਮਪੁਰਾ ਸਾਹਿਬ, ਆਪਣੇ ਨਾਲ ਸੇਖਵਾਂ ਸਾਹਿਬ, ਵੀਰ ਦਵਿੰਦਰ ਸਿੰਘ, ਇਹ ਸਾਰੇ ਮਹਾਂਪੁਰਸ਼ ਜਿਹੜੇ ਹੈਗੇ ਆ ਹਰਮੰਦਰ ਸਾਹਿਬ ਤੋਂ ਸਹੁੰ ਚੱਕ ਕੇ ਤੁਰੇ ਸੀ। ਇਹਨਾਂ ਦੇ ਵਿੱਚੋਂ ਰਸਤੇ ਦੇ ਵਿੱਚ ਰਹਿ ਕਿੰਨੇ ਗਏ? ਸੇਖਵਾਂ ਸਾਹਿਬ, ਵੀਰ ਦਵਿੰਦਰ ਸਿੰਘ ਸਾਰੇ ਭੱਜ ਕੇ ਜਾ ਕੇ ਢੀਂਡਸਾ ਸਾਹਿਬ ਦੇ ਨਾਲ ਰਲ ਗਏ। ਕਿਹੜੇ ਇਕੱਠੇ ਹੋ ਗਏ ਆ ਸਾਰੇ? ਇੱਕ ਮਿੰਟ ਰੁਕ ਜਾਓ, ਇੱਕ ਮਿੰਟ ਰੁਕੋ। ਕਿਹੜੇ ਐਥਿਕਸ ਦੀਆਂ ਗੱਲਾਂ ਕਰਦੇ ਆ? ਨੰਬਰ 2 ਤੇ ਮੈਂ ਬੀਬੀ ਜੀ ਨੂੰ ਇੱਕੋ ਬੇਨਤੀ ਕਰਦਾ ਹਾਂ ਕਿ ਬੀਬੀ ਜੀ, ਜਿਸ ਗੱਲਾਂ ਦੀ ਤੁਸੀਂ ਜ਼ਿਕਰ ਕੀਤਾ ਹੈਗਾ, ਮੈਂ ਉਸ ਦੇ ਨਾਲ ਮੇਰੀ ਵੀ ਜਿਹੜੇ ਹੈਗੇ ਆ ਮਨ ਹੈ ਜਿਹੜਾ ਬਹੁਤ ਦੁਖੀ ਹੈਗਾ। ਪਰ ਕੀ ਤੁਸੀਂ ਇਸ ਗੱਲ ਦੇ ਵਿੱਚ
ਕੀ ਕੱਲਾ ਸ਼੍ਰੋਮਣੀ ਅਕਾਲੀ ਦਲ ਇਹ ਜ਼ਿੰਮੇਵਾਰ ਹੈ ਜਾਂ ਇਹ ਭਗੌੜੇ ਵੀ ਵਿੱਚ ਸੀ ਉਸ ਟਾਈਮ ਦੇ ਉੱਤੇ, ਇਹ ਵੀ ਬਰਾਬਰ ਦੇ ਜ਼ਿੰਮੇਦਾਰ ਹੈਗੇ ਆ? ਅੱਜ ਕੀ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਦਾ ਕਿਹੜਾ ਇਹਨਾਂ ਕੋਲ ਸਰਟੀਫਿਕੇਟ ਆ ਗਿਆ ਜਿਹਦੇ ਕਰਕੇ ਇਹ ਅੱਗੇ ਵਾਸਤੇ ਜਿਹੜੀ ਹੈਗੀ ਆ ਇਹ ਸਾਰਾ ਕੁਝ ਜਿਹੜੇ ਹੈਗੇ ਆ ਧੋ ਦੇਣਗੇ ਧਾਰਨੀ ਬਾਹਰ? ਸਾਹਿਬ ਜੀ, ਧਾਰਨੀ ਬੀਬੀ ਸਾਹਿਬ ਜੀ ਇੱਕ ਤੋਂ ਜਵਾਬ ਸਵਾਲ ਲੈ ਲੈਣ ਦਿਓ। ਹਾਂਜੀ ਮੈਂ ਬੀਬੀ ਹਾਂਜੀ, ਜੀ ਤੋਂ ਵੀ ਹਾਂਜੀ। ਜਵਾਬ ਲੈਣਾ। ਧਾਰਨੀ ਸਾਹਿਬ ਇੱਕ ਸਵਾਲ ਜ਼ਰੂਰ ਤੁਹਾਡੇ ਤੋਂ, ਮੈਂ ਫਿਰ ਡਾਕਟਰ ਸੋਤਾ ਤੋਂ ਆਪਾਂ ਜਵਾਬ ਲੈਣੇ ਆ। ਧਾਰਨੀ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ, ਦੇਖੋ ਸਰਕਾਰ ਅਕਾਲੀ ਦਲ ਦੀ ਪ੍ਰਧਾਨ ਜਿਹੜਾ ਹੈਗਾ ਔਰ ਮੁੱਖ ਮੰਤਰੀ ਬਾਦਲ ਗ੍ਰਹਿ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਬਹੁਤ ਵੱਡਾ ਮੁੱਦਾ ਹੈ, ਤੁਸੀਂ ਆਪ ਵੀ ਕਹਿੰਦੇ ਹੋ, ਮੰਨਦੇ ਹੋ, ਤੁਹਾਡਾ ਹਿਰਦਾ ਵੀ ਹਾਰਟ ਹੋਇਆ ਹੈ। ਡਾਕਟਰ ਸੋਤਾ ਨੇ ਵੀ ਇਹੀ ਗੱਲ ਕਹੀ ਹੈ। ਹੁਣ ਇਸ ਮੁੱਦੇ ਤੇ ਅਕਾਲੀ ਲੀਡਰਸ਼ਿਪ ਤੋਂ ਜਵਾਬ ਤਾਂ ਮੰਗਿਆ ਹੀ ਜਾਏਗਾ ਨਾ ਜੀ, ਹੋਰ ਕਿਸ ਤੋਂ ਮੰਗਣਗੇ ਧਾਰਨੀ ਸਾਹਿਬ? ਸਕੱਤਰ ਜਨਰਲ ਕੌਣ ਸੀ? ਢੀਂਡਸਾ ਸਾਹਿਬ। ਪਰੰਪਰਾ ਸਾਹਿਬ ਕੀ ਅਹਿਮੀਅਤ ਰੱਖਦੇ ਸੀ? ਮੰਤਰੀ। ਮੈਂ ਤਾਂ ਸਿੰਪਲ ਇਹ ਗੱਲ ਕਰਦਾ ਕਿ ਅਸੀਂ ਜ਼ਿੰਮੇਵਾਰ ਹੈਗੇ ਕਿਉਂਕਿ ਸਾਡੇ ਦੌਰਾਨ ਇਹ ਸਾਰਾ ਕੁਝ ਹੋਇਆ, ਵੱਡੀਆਂ ਘਟਨਾਵਾਂ ਹੋਈਆਂ ਜਿਹਦੇ ਲਈ ਅਸੀਂ ਆਪਣੇ ਆਪ ਨੂੰ ਗੁਨਾਹਗਾਰ ਮੈਂ ਸਮਝਦਾ ਹੈਗਾ ਜਾਤੀ ਤੌਰ ਤੇ। ਪਰ ਕੀ ਇਹਨਾਂ ਦੇ ਮੂੰਹੋਂ ਕਦੇ ਸ਼ਬਦ ਨਿਕਲਿਆ? ਇਹ ਜਿਹੜੇ ਹੁਣ ਅੱਜ ਇਹ ਜਿਹੜੇ ਹੈਗੇ ਆ ਗੰਗਾ ਇਸ਼ਨਾਨੀ ਆਏ ਹੈਗੇ ਆ, ਬ੍ਰਹਮਪੁਰਾ ਸਾਹਿਬ, ਜਾਂ ਇਹਨਾਂ ਦੀ ਬਰਾਬਰ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਉਸ ਟਾਈਮ ਤੇ? ਇਹਨਾਂ ਨੇ ਰਿਜ਼ਾਈਨ ਕਿਉਂ ਨਹੀਂ ਕੀਤੇ? ਅੱਜ ਕਿਉਂ ਕਰ ਰਹੇ ਹੈਗੇ ਆ? ਅੱਜ ਜਿਹੜੀਆਂ ਹੈਗੀਆਂ ਪਾਵਰਾਂ ਦੇ ਪਿੱਛੇ, ਜਿਹੜੀਆਂ ਸੈਂਟਰ ਦੇ ਮਗਰ ਇਹ ਲੋਲੀਪੌਪ ਲੈਂਦੇ ਫਿਰਦੇ ਆ, ਮਿਲਨੇ ਉੱਤੇ ਤਾਂ ਵੀ ਨਹੀਂ ਹੈਗੇ। ਚਲੋ ਤੁਹਾਡੀ ਗੱਲ ਆ ਗਈ ਧਾਰਨੀ ਸਾਹਿਬ, ਬਿਲਕੁਲ ਤੁਸੀਂ ਗੱਲ ਕਾਫੀ ਵਿਸਤਾਰ 'ਚ ਆਪਣੀ ਗੱਲ ਕਹਿ ਲਈ ਧਾਰਨੀ ਸਾਹਿਬ। ਧਾਰਨੀ ਸਾਹਿਬ ਥੈਂਕ ਯੂ। ਪੀਰ ਮੁਹੰਮਦ ਜੀ ਤੁਸੀਂ ਜਵਾਬ ਦੇ ਰਹੇ ਸੀ। ਦੇਖੋ, ਜਦੋਂ ਤੁਸੀਂ ਗੰਗਾ ਦੀ ਵਾਰ-ਵਾਰ ਗੱਲ ਕਰ ਰਹੇ ਹੋ, ਗੰਗਾ ਮੈਲੀ ਹੋ ਚੁੱਕੀ ਏ। ਉਸ ਮੈਲੀ ਗੰਗਾ ਨੂੰ ਪਵਿੱਤਰ ਕਰਨ ਦੀ ਵੀ ਲੋੜ ਹੈਗੀ ਏ, ਕੋਈ ਤਾਂ ਕਰੇਗਾ ਉਹਨੂੰ। ਮੈਂ ਤੁਹਾਨੂੰ ਉਹੀ ਵਾਰ-ਵਾਰ ਕਹਿ ਰਿਹਾ ਕਿ ਜਿਹੜੀ ਰਾਮ ਤੇਰੀ ਗੰਗਾ ਮੈਲੀ ਹੋ ਗਈ, ਤੁਸੀਂ ਵਾਰ-ਵਾਰ ਗੱਲ ਕਰ ਰਹੇ ਹੋ। ਜੇ ਇਹਨਾਂ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵੱਲ ਮੂੰਹ ਕੀਤਾ ਹੈ, ਉੱਥੇ ਜਾ ਕੇ ਸਹੁੰ ਖਾਧੀ ਏ ਕਿ ਪਛਤਾਵਾ ਵੀ ਕੀਤਾ, ਉਹਨਾਂ ਤਾਂ ਮੰਨਿਆ ਕਿ ਸਾਡੇ ਵਿੱਚ ਰਹਿੰਦਿਆਂ ਹੋਇਆ ਜਿਹੜੀਆਂ ਗਲਤੀਆਂ ਹੋਈਆਂ, ਸਾਨੂੰ ਉਦੋਂ ਹੀ ਪਬਲਿਕਲੀ ਇਹ ਸਾਰਾ ਕੁਝ ਕਹਿ ਦੇਣਾ ਚਾਹੀਦਾ ਸੀ, ਪਰ ਅਸੀਂ ਅਨੁਸ਼ਾਸਨ ਵਿੱਚ ਬੱਝੇ ਹੋਏ ਸਾਂ, ਅਸੀਂ ਪਾਰਟੀ ਦੇ ਡਿਸਪਲਿਨ ਦੇ ਵਿੱਚ ਬੱਝੇ ਹੋਏ ਸਾਂ। ਉਹਦੇ ਜਿੱਦਣ ਅਸੀਂ ਕੋਰ ਕਮੇਟੀ ਦੇ ਵਿੱਚ ਇਹ ਗੱਲ ਉਠਾਈ, ਉੱਥੇ ਸਹੁੰ ਖਵਾ ਦਿੱਤੀ ਗਈ ਸਾਨੂੰ ਕਿ ਤੁਸੀਂ ਬਾਹਰ ਆਣ ਕੇ ਕੋਈ ਗੱਲ ਨਹੀਂ ਕਰਨੀ, ਇਹਦੇ ਨਾਲ ਪਾਰਟੀ ਦਾ ਨੁਕਸਾਨ ਹੋਵੇਗਾ। ਇਹ ਦੋਨੋਂ ਲੀਡਰ ਕਹਿ ਚੁੱਕੇ ਨੇ, ਠੀਕ ਹੈ ਨਾ ਜੀ। ਮੈਂ ਗੱਲ ਜਿਹੜੇ ਸੇਖਵਾਂ ਸਾਹਿਬ ਸਹੁੰ ਖਾ ਕੇ ਭੱਜ ਗਏ ਤੇ ਉਹਨਾਂ ਨੂੰ, ਮੇਰੀ ਗੱਲ ਸੁਣੋ, ਸੇਖਵਾਂ ਸਾਹਿਬ ਨੇ ਜਿਹੜੀ ਸਹੁੰ ਖਾਧੀ ਏ ਉਹ ਭੱਜ ਕੇ ਕਿਤੇ ਹੋਰ ਤਾਂ ਨਹੀਂ ਗਏ, ਕਾਂਗਰਸ ਤਾਂ ਨਹੀਂ ਚਲੇ ਗਏ, ਉਹ ਕਿਸੇ ਹੋਰ ਤੇ ਨਹੀਂ ਚਲੇ ਗਏ, ਉੱਥੇ ਹੀ ਨੇ, ਉਹ ਦੁਬਾਰਾ ਫਿਰ ਅੱਗੇ ਢੀਂਡਸਾ ਸਾਹਿਬ ਆਮ ਆਦਮੀ ਪਾਰਟੀ ਦੀ ਗੋਦੀ 'ਚ ਰੋੜੇ ਫਿਰਦੇ ਆ। ਬਿਲਕੁਲ ਨਹੀਂ, ਬਿਲਕੁਲ ਨਹੀਂ। ਦੇਖੋ ਹਾਲੇ ਆਮ ਆਦਮੀ, ਕੋਈ ਗੱਲ ਆਪਾਂ ਹੋਰ ਕਰਾਂਗੇ ਇਹ ਡਿਬੇਟਾਂ, ਫਿਕਰ ਨਾ ਕਰੋ। ਹਾਂਜੀ, ਅੱਜ ਤੱਕ ਆਮ ਆਦਮੀ ਪਾਰਟੀ ਦੇ ਨਾਲ ਕੋਈ ਪੀਰ ਮੁਹੰਮਦ ਜੀ ਆਪਣੀ ਗੱਲ ਕਰ ਲਓ, ਮੈਂ ਡਾਕਟਰ ਸੋਤਾ ਤੋਂ ਵੀ ਜਵਾਬ ਲੈਣਾ ਹੈ। ਪੀਰ ਮੁਹੰਮਦ ਜੀ ਬੀਬੀ ਜੀ ਨਾਲ ਤੁਸੀਂ ਕਰੋ। ਮੈਂ ਤਾਂ ਗੱਲ ਕਹਿਣਾ ਕਿ ਜਿਹੜਾ ਵੇਖੋ ਬੀਬੀ ਜੀ ਇਸ ਮਸਲੇ ਤੇ ਨਿਊਟਰਲ ਨੇ, ਉਹ ਇੱਕ ਸਿੱਖੀ ਦੀ, ਪੰਜਾਬ ਦੀ ਔਰ ਪੰਥ ਦੀ ਗੱਲ ਕਰ ਰਹੇ ਨੇ। ਜਿਹੜਾ ਵੀ ਕੋਈ ਗੱਲ ਕਰਦਾ ਉਹ ਇਹਨਾਂ ਨੂੰ ਚੰਗੀ ਨਹੀਂ ਲੱਗਦੀ। ਥੈਂਕ ਯੂ। ਆਪਾਂ ਡਾਕਟਰ ਸੋਤਾ ਧਾਰਨੀ ਜੀ ਨੇ ਵੀ ਕਿਹਾ ਕਿ ਇਸ ਮੁੱਦੇ ਤੇ ਬੀਬੀ ਤੋਂ ਜ਼ਰੂਰ ਜਵਾਬ ਲਓ ਕਿ ਪੰਥਕ ਲੀਡਰਸ਼ਿਪ ਦੀ ਆਪਾਂ ਜਦੋਂ ਗੱਲ ਕਰਦੇ ਆਂ, ਉਹ ਕਹਿੰਦੇ ਠੀਕ ਹੈ, ਬਦਲ ਕੇ ਵੀ ਇਹਦੇ ਸ਼ਾਮਲ ਹੈ, ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਤਾਂ ਦੂਜੇ ਅਕਾਲੀ ਨੇਤਾ ਵੀ ਸ਼ਾਮਲ ਨੇ। ਤੁਸੀਂ ਕਿਵੇਂ ਸਮਝਦੇ ਹੋ ਕਿ ਮੁੱਖ ਧਿਰ ਜਿਹੜੀ ਅਗਵਾਈ ਕਰ ਰਹੀ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ, ਜਾਂ ਸਾਰੇ ਜਿਨ੍ਹਾਂ 'ਚ ਬਾਕੀ ਵੀ ਆ ਜਾਂਦੇ ਆ, ਢੀਂਡਸਾ ਸਾਹਿਬ, ਬ੍ਰਹਮਪੁਰਾ, ਉਹ ਕਰਕੇ ਜ਼ਿੰਮੇਵਾਰੀ ਸਾਡੀ ਕਲੈਕਟਿਵ ਹੈ, ਜਾਂ ਜਿਹੜੀ ਅਗਵਾਈ ਕਰ ਰਹੀ ਹੈ ਸਰਕਾਰ ਉਹਦੀ ਜ਼ਿੰਮੇਵਾਰੀ ਹੈ? ਬੜੇ ਮੈਨੂੰ ਖੁਸ਼ੀ ਹੋਈ ਹੈ ਜਾਣ ਕੇ ਕਿ ਸੈਲਫ ਕਨਫੈਸ਼ਨ ਜਿਹੜਾ ਹੈਗਾ ਇਹ ਬਹੁਤ ਅੱਛਾ ਹੈਗਾ। ਇਹ ਬਿਲਕੁਲ ਸਾਡੇ ਜਿਹੜਾ ਹੈਗਾ ਗੁਰੂ ਮਹਾਰਾਜ ਦੇ ਅਕੀਦੇ ਦੇ ਅਨੁਸਾਰ ਹੈ। ਹਾਂਜੀ, ਤੇ ਪਰ ਮੈਂ ਕਹਿੰਦੀ ਆ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ, ਜੋ ਮਰ ਜੀਵਾ ਹੋਏ। ਇਸ ਨੇ ਜੋ ਸਾਨੂੰ ਗੁਰਬਾਣੀ ਦਾ ਸਿਧਾਂਤ ਹੈ, ਜੋ ਗੁਰਬਾਣੀ ਦਾ ਸੰਦੇਸ਼ ਹੈ, ਜੋ ਗੁਰਬਾਣੀ ਦਾ ਪ੍ਰਿੰਸੀਪਲ ਹੈ, ਉਹ ਤਾਂ ਸਾਨੂੰ ਸੱਚ ਤੇ ਟਿਕਣ ਲਈ ਕਿਹਾ ਜਾਂਦਾ ਹੈ। ਸੱਚ ਤੋਂ ਬਿਨਾ ਹੋਰ ਇੱਥੇ ਕੁਝ ਨਹੀਂ ਟਿਕ ਸਕਦਾ। ਤੁਸੀਂ ਕੁਝ ਵੀ ਲਿਫਾਫੇਬਾਜ਼ੀ ਕਰੋ, ਕੁਝ ਵੀ ਬਾਹਰਦਰਸ਼ੀ ਕਰੋ, ਲੇਕਿਨ ਜਿਸ ਤਰ੍ਹਾਂ ਹੁਣੇ ਇਹਨਾਂ ਨੇ ਮੰਨਿਆ ਹੈ, ਅੰਤਰ ਆਤਮਾ ਜਿਹੜੀ ਹੈ ਉਹ ਕਦੇ ਝੂਠ ਨਹੀਂ ਬੋਲਦੀ ਕਿਸੇ ਵੀ ਇਨਸਾਨ ਦੀ। ਮੈਂ ਇਹ ਸਭ ਅਸੀਂ ਇੱਕੋ ਜਿਹੇ ਇਨਸਾਨ ਆ, ਪਰਮਾਤਮਾ ਦੇ ਸਿਰਜੇ ਹੋਏ ਬੰਦੇ ਆ, ਉਹਨਾਂ ਨੇ ਕੋਈ ਅੰਤਰ ਨਹੀਂ ਰੱਖਿਆ। ਲੇਕਿਨ ਗੱਲ ਇਹ ਹੈਗੀ ਹੈ ਸਿੱਧੂ ਸਾਹਿਬ, ਜਵਾਬਦੇਹੀ ਕਿੱਥੇ ਹੋਵੇ?
ਏਡੇ ਵੱਡੇ ਵੱਡੇ ਭਾਣੇ ਬੀਤ ਜਾਣ, ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਬੀਤ ਜਾਣ, ਹਿਰਦੇ ਬਲੂੰਦਰੇ ਜਾਣ, ਸ਼ਹੀਦੀਆਂ ਹੋ ਜਾਣ, ਤੇ ਜਵਾਬਦੇਹੀ ਕੀ ਇਹ ਕੋਈ ਫੋਰਨ ਰੂਲਰ ਨੇ, ਕੋਈ ਵਿਦੇਸ਼ੀ ਹਕੂਮਤ ਹੈ? ਤੁਸੀਂ ਇਹ ਦੱਸੋ ਵੀ ਕੌਣ ਜਵਾਬ ਦੇਗਾ? ਔਰ ਫਿਰ ਹੋਰ ਦੇਖੋ, ਏਡਾ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਦੈਨ ਐਂਡ ਦੇਅਰ ਓਕੇ, ਉੱਥੇ ਹੀ ਖੜੇ ਆ ਜਿੱਥੋਂ ਚੱਲੇ ਸੀ। ਥੈਂਕ ਯੂ ਡਾਕਟਰ ਸੋਤਾ। ਕੋਈ ਇੱਕ Thank you, ਸਟੈਪ Dr. ਵੀ Sota। ਅੱਗੇ ਚੱਲੇ ਆ ਤਾਂ ਦੱਸੋ। ਸਗੋਂ ਜੇ ਕਿਸੇ ਨੇ ਗੱਲ ਕੀਤੀ ਹੈ ਤੇ ਉਹਨੂੰ ਦੋਸ਼ੀ ਕਿਹਾ, ਉਸ ਨੂੰ ਬੈਕ ਟਰੈਕ ਕੀਤਾ, ਉਸ ਨੂੰ ਦਬਾਉਣ ਦੀ ਕੁਚਲਣ ਦੀ ਕੋਸ਼ਿਸ਼ ਕੀਤੀ। ਲੈਟਸ ਕਮ ਬੀਬੀ ਜੀ। ਫਾਰਵਰਡ, ਲੈਟਸ ਜੀ ਜੀ ਤਾਨੀ ਸਾਹਿਬ, ਤਾਨੀ ਸਾਹਿਬ ਬੀਬੀ ਜੀ, ਮੈਂ ਇੰਨਾ ਹੀ- ਤੁਹਾਡੇ ਵੱਲ ਹੀ ਆ ਰਿਹਾ। ਸਾਡੇ ਬੀਬੀ ਜੀ। ਜਿਹੜੇ ਆ ਉਹ ਡਾਕਟਰ ਸੋਤਾ ਤੁਹਾਡੀ ਗੱਲ ਆ ਗਈ। ਤਾਨੀ ਸਾਹਿਬ, ਤਾਨੀ ਸਾਹਿਬ ਤੁਸੀਂ ਆਪਣੀ ਗੱਲ ਦਾ ਜਵਾਬ ਵੀ ਦਿਓ। ਤੁਹਾਡੇ ਹੱਥ ਜੀ, ਜਗਤ ਡਾਕਟਰ ਕੋਈ ਸੋਤਾ, ਚੀਜ਼ਾਂ thank you very ਚੜ੍ਹਦੀ much। ਕਲਾ ਵੱਲ ਨੂੰ ਜਾਓ, ਤੁਸੀਂ ਜਵਾਬ ਦੇ Thank you। ਸਾਰੇ ਹੈਗੇ। ਬੀਬੀ ਜੀ, Thank ਇੱਕ ਗੱਲ you, ਦਾ Dr. ਜਵਾਬ ਸੋਤਾ। ਦਿਓ Thank you, ਕਿ Dr. ਢੀਂਡਸਾ ਸੋਤਾ। ਸਾਹਿਬ ਔਰ ਬ੍ਰਹਮਪੁਰਾ ਸਾਹਿਬ ਦੇ ਬਾਰੇ ਤੁਸੀਂ ਇੱਕ ਲਫ਼ਜ਼ ਹੀ ਨਹੀਂ ਬੋਲਿਆ, ਜੋ ਮੈਂ ਬਾਰ-ਬਾਰ ਪੁੱਛ ਰਿਹਾ ਹੈਗਾ ਕਿ ਇਹ ਜ਼ਿੰਮੇਵਾਰ ਹੈ ਜਾਂ ਨਹੀਂ ਹੈਗੇ। ਚਲੋ ਮੈਂ ਮੈਂ ਕਿਸੇ- ਜਵਾਬ ਲੈਣਾ ਹੈ। ਤਾਨੀ ਸਾਹਿਬ ਆਪਣੇ ਕੋਲ ਸਮਾਂ ਵੀ ਉਹਨਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕੀਤੀ। ਧਾਰਨੀ ਸਾਹਿਬ, ਇਹ ਨਾਵਾਂ ਦੀ ਗੱਲ ਨਹੀਂ ਹੈਗੀ। ਗੱਲ ਹੈਗੀ ਏ ਕਿ ਆਪਾਂ ਇੱਕ ਸਿਧਾਂਤ ਵਾਸਤੇ ਇੱਕ ਪਾਰਟੀ ਬਣੀ ਸੀ, ਉਸ ਪਾਰਟੀ ਨੂੰ ਮੰਨਣਾ ਪਏਗਾ ਤੁਹਾਨੂੰ ਅੱਜ ਕੱਲ ਪਰਸੋਂ ਕਿ ਉਹਦੇ ਵਿੱਚ ਖਰਾਬੀਆਂ ਆਈਆਂ ਨੇ, ਉਹਦੇ ਵਿੱਚ ਹੰਕਾਰ ਵੀ ਏ, ਉਹਦੇ ਵਿੱਚ ਲੋਭ ਵੀ ਹੈ, ਲਾਲਚ ਵੀ ਏ। ਉਹ ਚੀਜ਼ਾਂ ਨੂੰ ਆਪਾਂ ਨੂੰ ਮੰਨਣਾ ਪਏਗਾ। ਫਿਰ ਮਾਮਾ ਜੀ ਥੈਂਕ ਯੂ। ਫਿਰ ਮਾਮਾ ਜੀ ਥੈਂਕ ਯੂ। ਤਾਨੀ ਸਾਹਿਬ, ਮੈਂ ਇੱਕ ਬਿਲਕੁਲ ਦੋ ਲਾਈਨਾਂ ਦਾ ਜਵਾਬ ਕਿ ਜੋ ਆਪਾਂ ਕਹਿ ਰਹੇ ਹਾਂ ਢੀਂਡਸਾ ਸਾਹਿਬ, ਬ੍ਰਹਮਪੁਰਾ ਸਾਹਿਬ ਜਾਂ ਜੋ ਪੰਥਕ ਮੁੱਦਿਆਂ ਦੀ ਗੱਲ ਕਰਦੇ ਹਾਂ ਕਿ ਆਪਾਂ ਸਾਰੇ ਉਹਦੇ ਸ਼ਾਮਲ ਸੀ, ਕਿ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਤਾਂ ਜਿਹੜੀ ਇੱਕ ਨਵੀਂ ਸਾਫਬੰਦੀ ਹੋ ਰਹੀ ਆ ਪੰਥਕ ਰਾਜਨੀਤੀ 'ਚ, ਇਹਦਾ ਕੋਈ ਇੰਪੈਕਟ ਪਏਗਾ ਜਾਂ ਨਹੀਂ ਪਏਗਾ? ਦੋ ਲਾਈਨਾਂ 'ਚ ਹਾਂ ਜਾਂ ਨਾ 'ਚ ਆਪਾਂ ਲੰਬੀ ਡਿਬੇਟ ਕੀਤੀ ਇਸ ਮੁੱਦੇ 'ਤੇ। ਦੇਖੋ, ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈਗਾ ਉਹ ਇੱਕ ਬਹੁਤ ਵੱਡਾ ਸਮੁੰਦਰ ਹੈ ਔਰ 100 ਸਾਲ ਪੁਰਾਣੀ ਪਾਰਟੀ ਹੈ। ਇਹਦੇ ਵਿੱਚੋਂ ਬਹੁਤ ਸਾਰੇ ਲੀਡਰ ਵੱਖ ਹੋਏ, ਦੁਆਰਾ ਫੇਰ ਵਿੱਚ ਮਿਲੇ, ਵੱਖ ਹੋਏ, ਫੇਰ ਦੁਆਰਾ ਵਿੱਚ ਮਿਲੇ ਔਰ ਵੱਡੀਆਂ ਪਾਰਟੀਆਂ ਜਿਹੜੀਆਂ ਜਾਣਨਾ ਚਾਹੁੰਦੇ ਆ। ਫਿਰ ਮੁਹੰਮਦ ਜੀ, ਮੈਂ ਤੁਹਾਡੇ ਤੋਂ ਸਵਾਲ ਲੈਣ ਲੱਗਿਆ ਸਿਰਫ ਸੰਖੇਪ ਦੇ ਵਿੱਚ। ਕੱਲ ਨੂੰ SGPC ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਆਉਂਦੀ ਹੈ, ਇਹ ਪੰਥਕ ਹਲਚਲ, ਜਿਹੜੇ ਪੰਥਕ ਮੁੱਦੇ ਆ, ਇਹਨਾਂ ਦਾ ਇੰਪੈਕਟ ਪਏਗਾ ਜਾਂ ਨਹੀਂ ਪਏਗਾ? ਫਿਰ ਮੁਹੰਮਦ ਜੀ। ਦੇਖੋ ਜੀ, ਸਭ ਤੋਂ ਜ਼ਰੂਰੀ ਹੈ ਕਿ ਕੌਮ ਦਾ ਭਰੋਸਾ ਜਿੱਤਣਾ ਪਵੇਗਾ, ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣਾ ਪਵੇਗਾ। ਇਸ ਵਕਤ ਭੰਬਲ ਭੂਸੇ ਵਿੱਚ ਨੇ ਸਾਰਿਆਂ ਦਾ ਵਿਸ਼ਵਾਸ ਉੱਠ ਚੁੱਕਾ ਹੈ, ਕੌਣ ਸਹੀ ਹੈ ਤੇ ਕੌਣ ਗਲਤ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇਹ ਵਾਰ ਥੈਂਕ ਯੂ ਵੈਰੀ ਮਚ। ਡਾਕਟਰ ਸੋਤਾ, ਤੁਹਾਡੇ ਲਾਸਟ ਕਮੈਂਟ ਇਸ ਮੁੱਦੇ ਤੇ। ਤੁਸੀਂ ਮੰਨਦੇ ਹੋ ਕਿ SGPC ਤੇ ਪੰਜਾਬ ਵਿਧਾਨ ਸਭਾ ਤੇ ਇੰਪੈਕਟ ਪਏਗਾ ਪੰਥਕ ਮੁੱਦਿਆਂ ਦਾ ਜਾਂ ਪੰਥਕ ਹਲਚਲ ਦਾ? ਜੀ, ਮੈਂ ਆਪਣਾ ਜਿਹੜਾ ਵਿਚਾਰ ਦੇਣ ਨਾਲੋਂ ਮੈਂ ਤੁਹਾਨੂੰ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ, ਜਿਨ੍ਹਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ, ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਭਾਈ ਸੁਬੇਗ ਸਿੰਘ ਨੂੰ ਉਹਨਾਂ ਦੇ ਸਕੇ ਸੰਬੰਧੀਆਂ ਨੇ ਕਿਹਾ ਕਿ ਤੇਰੀ ਕੁੱਲ ਵਸਤੀ ਰਹਿ ਜਾਏਗੀ, ਤੂੰ ਆਪਣੇ ਬੱਚੇ ਨੂੰ ਬਚਾ ਲਾ ਹੁਕੂਮਤ ਦੀ ਗੱਲ ਮੰਨ ਕੇ। ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ, ਹਮ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰਾਖੇ ਕੌਣ ਵਡਾਈ। ਇਹ ਉਹ ਸਾਡੇ ਅਗਵਾਈ ਕਰਨ ਵਾਲੇ ਨੇ, ਜਿਨ੍ਹਾਂ ਨੇ ਆਪਣਾ ਆਪ ਨਹੀਂ ਬਚਾਇਆ, ਆਪਣੀ ਕੁੱਲ ਨਹੀਂ ਬਚਾਈ, ਉਹਨਾਂ ਦਾ ਨਾਂ ਅੱਜ ਤੱਕ ਲਿਆ ਜਾਂਦਾ ਹੈ। ਇਸ ਕਰਕੇ ਸਥਿਤੀਆਂ ਕੋਈ ਵੀ ਹੋਣ, ਤੁਸੀਂ ਦੇਖੋਗੇ ਨਾਮ ਉਹਨਾਂ ਦਾ ਹੀ ਲਿਆ ਜਾਏਗਾ, ਇਤਿਹਾਸ ਉਹਨਾਂ ਦਾ ਸਿਰਜਿਆ ਜਾਏਗਾ, ਜਿਨ੍ਹਾਂ ਨੇ ਆਪ ਗਵਾਈਏ ਤਾਂ ਸਹੁ ਪਾਈਏ। ਅਸੀਂ ਅਵਰ ਕੈਸੀ ਚਤਰਾਈ, ਅਸੀਂ ਇਸ ਚੀਜ਼ ਤੋਂ ਮੁਨੱਕਰ ਨਾ ਹੋਈਏ ਕਿ ਸਾਡਾ ਵਿਰਸਾ ਬਹੁਤ ਅਮੀਰ ਹੈ, ਇਹਨੂੰ ਸੰਭਾਲੋ। ਜਿਹੜੀਆਂ ਸੈਲਫਿਸ਼ ਐਟੀਟਿਊਡਸ ਨੇ, ਇਹਨਾਂ ਨੂੰ ਮਿਹਰਬਾਨੀ ਕਰਕੇ ਤਿਆਗੋ। ਮੈਂ ਹੱਥ ਬੰਨ੍ਹ ਕੇ ਸਾਰਿਆਂ ਨੂੰ ਬੇਨਤੀ ਕਰਦੀ ਹਾਂ। ਥੈਂਕ ਯੂ ਡਾਕਟਰ ਸੋਤਾ, ਬਹੁਤ ਬਹੁਤ ਮਿਹਰਬਾਨੀ। ਤਾਨੀ ਸਾਹਿਬ, ਲਾਸਟ ਕਮੈਂਟ ਜਿਹੜਾ ਹੈਗਾ, ਜਿੱਦਾਂ ਡਾਕਟਰ ਸੋਤਾ ਨੇ ਕਿਹਾ ਕਿ ਕੱਲ ਨੂੰ SGPC ਦੀਆਂ ਇਲੈਕਸ਼ਨ ਆਉਂਦੀਆਂ ਜਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ, ਜਿਹੜੀ ਪੰਥਕ ਹਲਚਲ ਹੈ ਜਾਂ ਪੰਥਕ ਮੁੱਦਿਆਂ ਦਾ ਇਹਨਾਂ ਚੋਣਾਂ ਦੇ ਉੱਤੇ ਕੋਈ ਪ੍ਰਭਾਵ ਪਏਗਾ? ਸੰਖੇਪ ਦੇ ਵਿੱਚ ਤਾਨੀ ਸਾਹਿਬ। ਦੇਖੋ, ਪੰਥਕ ਮੁੱਦੇ ਤਾਂ ਹਮੇਸ਼ਾ ਹੀ ਇਲੈਕਸ਼ਨਾਂ ਦੇ ਵਿੱਚ ਉਭਾਰੇ ਜਾਂਦੇ ਹੈਗੇ ਆ, ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਆਪਣੀ ਜਿਹੜਾ ਹੈਗਾ ਡਿਫੈਂਸ ਦੇ ਵਿੱਚ ਜੋ ਸਾਫ਼ ਕੋਈ ਸਾਡੀ ਹੈਗੀ ਆ, ਅਸੀਂ ਬਿਲਕੁਲ ਸੰਗਤ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਲਿਆਵਾਂਗੇ ਔਰ ਲੋਕਾਂ ਨੂੰ ਆਪਣਾ ਜਿਹੜਾ ਪੱਖ ਜ਼ਰੂਰ ਸਾਹਮਣੇ ਬਿਆਨ ਕਰਾਂਗੇ। ਓਕੇ, ਥੈਂਕ ਯੂ ਵੈਰੀ ਮਚ।
ਧਾਰਨੀ ਸਾਹਿਬ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਆਪਣੇ ਤਿੰਨਾਂ ਹੀ ਮਹਿਮਾਨਾਂ ਦਾ, ਧਾਰਨੀ ਸਾਹਿਬ, ਡਾਕਟਰ ਸੋਤਾ, ਪੀਰ ਮੁਹੰਮਦ ਜੀ, ਬਹੁਤ ਬਹੁਤ ਧੰਨਵਾਦੀ ਹਾਂ। ਜਥੇਦਾਰ ਬ੍ਰਹਮਪੁਰਾ ਤੇ ਢੀਂਡਸਾ ਜੀ, ਇੱਕ ਪਲੇਟਫਾਰਮ ਤੇ ਆਉਣ ਨਾਲ ਪੰਥਕ ਰਾਜਨੀਤੀ ਜਿਹੜੀ ਹਲਚਲ ਮੱਚੀ ਹੈ, ਬਹਿਸ ਰਾਏ ਵੱਖੋ ਵੱਖਰੀ ਜ਼ਰੂਰ ਹੈ, ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਪੰਥਕ ਰਾਜਨੀਤੀ ਕਿੰਨੀ ਕੁ ਪ੍ਰਭਾਵਿਤ ਹੁੰਦੀ ਹੈ ਤੇ ਕੀ ਆਉਣ ਵਾਲੇ ਸਮੇਂ 'ਚ ਨਤੀਜੇ ਸਾਹਮਣੇ ਆਉਣਗੇ। ਇਹਨਾਂ ਮੁੱਦਿਆਂ ਤੇ ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।